ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਗੁੱਡ ਈਵਨਿੰਗ एवरीवन, गुड इवनिंग टू ऑल ऑफ यू। ਚੈਪਟਰ ਨੰਬਰ 19 ਹੈ ਆਪਣਾ ਸੈਟ ਥਿਊਰੀ। ਤਾਂ ਬਿਲਕੁਲ ਸੈਟ ਥਿਊਰੀ ਨੂੰ ਕੰਟੀਨਿਊ ਕਰਦੇ ਹਾਂ। ਮੈਥ ਮਾਸਟਰ ਅਕੈਡਮੀ ਜਿਹੜੇ ਵੀ ਸਾਥੀ ਤਿਆਰੀ ਕਰ ਰਹੇ ਨੇ, ਵੈਲਕਮ ਟੂ ਯਰ ਓਨ ਚੈਨਲ। ਸੈਟ ਥਿਊਰੀ ਦਾ +1 +2 ਦਾ ਟੌਪਿਕ ਕੰਪਲੀਟ ਹੋਣ ਤੋਂ ਬਾਅਦ ਆਪਾਂ ਨੇ ਕਿਤੇ ਨਾ ਕਿਤੇ ਬਾਉਂਡਸ ਨੂੰ ਵੀ ਸਮਝ ਲਿਆ ਕਿ ਅਪਰ ਬਾਉਂਡ ਕੀ ਹੁੰਦੀ ਹੈ ਤੇ ਲੋਅਰ ਬਾਉਂਡ ਕੀ ਹੁੰਦੀ ਹੈ। ਆਪਾਂ ਡਿਸਕਸ਼ਨ ਕਰ ਰਹੇ ਸੀ ਬਾਉਂਡਡ ਸੈਟ ਦੀ, ਪਰ ਕਿਸੇ ਨਾ ਕਿਸੇ ਕੰਮ ਕਰਕੇ ਮੈਨੂੰ ਉਹ ਵੀਡੀਓ ਉੱਥੇ ਸਟਾਪ ਕਰਨੀ ਪਈ। ਤਾਂ ਫਿਰ ਆਪਾਂ ਬਾਉਂਡਡ ਸੈਟ ਤੋਂ ਹੀ ਕੰਟੀਨਿਊ ਕਰਦੇ ਹਾਂ ਤੇ ਅੱਗੇ ਵਧਦੇ ਹਾਂ। ਸੋ now we are talking about the bounded set। ਖੈਰ ਬਾਉਂਡਡ ਜੇਕਰ ਤੁਹਾਨੂੰ ਲੋਅਰ ਬਾਉਂਡ ਦਾ ਅੱਛੇ ਤਰੀਕੇ ਨਾਲ ਸਮਝ ਆ ਗਿਆ, ਅਪਰ ਬਾਉਂਡ ਦਾ ਸਮਝ ਆ ਗਿਆ, ਤਾਂ ਬਾਉਂਡਡ ਸੈਟ ਸਮਝਣਾ ਬਿਲਕੁਲ ਵੀ ਮੁਸ਼ਕਿਲ ਨਹੀਂ ਹੈਗਾ। ਉਹ ਚੀਜ਼ ਜਿਹੜੀ ਬਾਉਂਡ ਹੋ ਜਾਵੇ, ਜਿਹੜੀ ਕਿ ਬਾਉਂਡ ਹੋ ਜਾਵੇ, ਉਹਨੂੰ ਆਪਾਂ ਬਾਉਂਡਡ ਬੋਲਦੇ ਹਾਂ। ਮਤਲਬ ਜਿਹਦੇ ਵਿੱਚ ਮੈਨੂੰ ਪਤਾ ਹੈ ਕਿ ਹਾਂਜੀ ਮੇਰੀ ਜਿਹੜੀ ਵੈਲਿਊ ਹੈ ਉਹ 1 ਤੋਂ ਛੋਟੀ ਨਹੀਂ ਹੈਗੀ ਔਰ 3 ਤੋਂ ਵੱਡੀ ਨਹੀਂ ਹੈਗੀ। ਸੋ ਆਈ ਕੈਨ ਸੇ ਦੈਟ ਕਿ ਇਸ ਦੇ ਵਿੱਚ ਸਿਰਫ ਇੰਨੇ ਹੀ ਐਲੀਮੈਂਟਸ ਨੇ, that is bounded set। ठीक है। ਹੁਣ ਜੇ ਮੈਂ ਤੁਹਾਨੂੰ ਕਹਿ ਰਹੀ ਹਾਂ ਕਿ ਜੇਕਰ ਮੇਰਾ ਸੈਟ ਬਾਉਂਡਡ ਅਬਵ ਵੀ ਹੈ ਔਰ ਬਾਉਂਡਡ ਬਿਲੋ ਵੀ ਹੈ, ਤਾਂ ਉਹ ਜਿਹੜਾ ਸੈਟ ਹੋਏਗਾ that is called bounded set। set, ठीक है। A is a subset of R if A is bounded above and bounded below। ਜੇਕਰ ਇਹ ਬਾਉਂਡਡ ਅਬਵ ਵੀ ਹੈ ਐਂਡ ਬਾਉਂਡਡ ਬਿਲੋ ਵੀ ਹੈ, ਤਾਂ ਆਪਾਂ ਕਵਾਂਗੇ ਕਿ ਜਿਹੜਾ ਮੇਰਾ A ਸੈਟ ਹੈ ਉਹ ਬਾਉਂਡਡ ਸੈਟ ਹੈ। ਹੁਣ ਕੁਐਸਚਨ ਰੇਜ਼ ਹੁੰਦਾ ਹੈ ਮੈਮ ਬਾਉਂਡਡ ਅਬਵ ਤੇ ਬਾਉਂਡਡ ਬਿਲੋ ਹੁੰਦਾ ਕੀ ਹੈ। ਹੁਣ ਜਿਵੇਂ ਕਿ ਮੈਂ ਤੁਹਾਨੂੰ ਐਜ਼ ਐਗਜ਼ਾਮਪਲ ਦੱਸਿਆ ਵੀ ਕਿ ਮੰਨ ਲਓ ਮੈਨੂੰ ਪਤਾ ਹੈ ਕਿ ਜਿਹੜੀ ਮੇਰੀ ਵੈਲਿਊ ਹੈ ਉਹ 1 ਤੋਂ ਛੋਟੀ ਨਹੀਂ ਹੋ ਸਕਦੀ, ਉਹ 3 ਤੋਂ ਵੱਡੀ ਨਹੀਂ ਹੋ ਸਕਦੀ। 1 ਤੋਂ ਛੋਟੀ ਨਹੀਂ ਹੋ ਸਕਦੀ ਦਾ ਮਤਲਬ ਕੀ ਹੈ ਕਿ ਉਹ ਬਾਉਂਡਡ ਹੈ, ਬਾਉਂਡਡ ਬਿਲੋ ਹੈ, 1 ਤੋਂ ਨੀਚੇ ਜਾ ਨਹੀਂ ਸਕਦੀ। ਬਾਉਂਡਡ ਅਬਵ ਹੈ ਕਿਉਂਕਿ ਉਹ 3 ਤੋਂ ਉੱਪਰ ਨਹੀਂ ਜਾ ਸਕਦੀ, ਉੱਪਰੋਂ ਬਾਉਂਡ ਹੋ ਚੁੱਕੀ ਹੈ, ਉਹ 3 ਤੋਂ ਉੱਪਰ ਜਾ ਨਹੀਂ ਸਕਦੀ। ਸੋ ਦੈਟ ਇਜ਼ ਬਾਉਂਡਡ ਅਬਵ ਐਂਡ ਬਾਉਂਡਡ ਬਿਲੋ। ਸਮਝ ਆਇਆ ਬਾਉਂਡਡ ਸੈਟ ਕੀ ਹੁੰਦਾ ਹੈ? ਤਾਂ ਜਿਹੜਾ ਸੈਟ ਬਾਉਂਡਡ ਹੈ, ਸਮਝ ਆਇਆ। ਹੁਣ ਜੇਕਰ ਆਪਾਂ ਗੱਲ ਕਰੀਏ, ਬਹੁਤ ਸਾਰੇ ਅੱਛੇ ਖਾਸੇ ਰਿਜ਼ਲਟ ਨੇ, ਆਪਾਂ ਉਹਨਾਂ ਰਿਜ਼ਲਟਸ ਨੂੰ ਸੁਣ ਲੈਂਦੇ ਹਾਂ, ਦੇਖ ਲੈਂਦੇ ਹਾਂ ਵੀ ਕਿਹੜੇ ਕਿਹੜੇ ਰਿਜ਼ਲਟ ਨੇ, ਤਾਂ ਆਪਾਂ ਨੂੰ ਕਾਫੀ ਕੁਝ ਕਲੀਅਰ ਹੋ ਜਾਊਗਾ। ਸਭ ਤੋਂ ਪਹਿਲਾ ਰਿਜ਼ਲਟ ਆਪਣੇ ਕੋਲ ਕੀ ਹੈ? ਅ ਸੈਟ ਮੇ or may not have upper bound। ਅਪਰ ਬਾਉਂਡ ਦੇ ਨਾਲ ਨਾਲ ਜੇਕਰ ਮੈਂ ਲੋਅਰ ਬਾਉਂਡ ਵੀ ਲਿਖਦਾ ਤਾਂ ਕੁਝ ਗਲਤ ਨਹੀਂ ਹੈਗਾ ਕਿ ਅਪਰ ਬਾਉਂਡ ਜਾਂ ਲੋਅਰ ਬਾਉਂਡ। ਹੁਣ ਜੇਕਰ ਆਪਾਂ ਗੱਲ ਕਰੀਏ, ਹੋ ਸਕਦਾ ਹੈ ਕਿ ਮੈਨੂੰ ਕੋਈ ਸੈੱਟ ਦਿੱਤਾ ਹੋਇਆ, ਜ਼ਰੂਰੀ ਨਹੀਂ ਹੈਗਾ ਕਿ ਉਸਦੀ ਕੋਈ ਨਾ ਕੋਈ ਅਪਰ ਬਾਉਂਡ ਹੋਵੇ ਹੀ ਹੋਵੇ, ਹੋ ਵੀ ਸਕਦੀ ਹੈ, ਨਹੀਂ ਵੀ ਹੋ ਸਕਦੀ। ਹੁਣ ਜਿਹੜਾ ਸੈੱਟ ਕਿਹਨੂੰ ਅਪਰੋਚ ਕਰ ਰਿਹਾ ਹੈ, ਇਨਫਿਨਿਟੀ ਨੂੰ ਅਪਰੋਚ ਕਰ ਰਿਹਾ, ਉਹਦੇ ਵਿੱਚ ਕਿਹੜੀ ਅਪਰ ਬਾਉਂਡ ਰਹੇਗੀ ਦੱਸੋ ਜ਼ਰਾ। ਔਰ ਜਿਹੜਾ ਸੈੱਟ ਮਾਈਨਸ ਇਨਫਿਨਿਟੀ ਨੂੰ ਅਪਰੋਚ ਕਰ ਰਿਹਾ ਉਹਦੀ ਕਿਹੜੀ ਲੋਅਰ ਬਾਉਂਡ ਰਹੇਗੀ। ਅਪਰ ਬਾਉਂਡ ਦਾ ਮਤਲਬ ਤਾਂ ਹੁੰਦਾ ਹੈ ਕਿ ਹਾਂਜੀ ਆਈ ਕੈਨ ਸੇ ਦੈਟ ਕਿ ਇਹ ਇੱਕ ਪਾਰਟਿਕੂਲਰ ਨੰਬਰ ਹੈਗਾ ਮੇਰੇ ਸੈੱਟ ਦੇ ਵਿੱਚ ਜਿਸ ਤੋਂ ਛੋਟੇ ਸਾਰੇ ਨੰਬਰ ਹੈਗੇ ਨੇ। ਸਮਝ ਰਹੇ ਹੋ? ਤਾਂ ਐਵੇਂ ਦੇ ਵੀ ਬਹੁਤ ਸਾਰੀਆਂ ਐਗਜ਼ਾਮਪਲਸ ਅਵੇਲੇਬਲ ਹੁੰਦੀਆਂ ਨੇ ਜਿਹਦੇ ਵਿੱਚ ਤੁਸੀਂ ਕਹਿ ਸਕਦੇ ਹੋ ਕਿ ਸੈੱਟ ਦੀ ਨਾ ਹੀ ਕੋਈ ਅਪਰ ਬਾਉਂਡ ਹੈ ਔਰ ਨਾ ਹੀ ਕੋਈ ਲੋਅਰ ਬਾਉਂਡਡ ਹੈ। ਦੈਟ ਇਜ਼ ਨੋਨ ਐਜ਼ ਅਨਬਾਉਂਡਡ ਸੈੱਟ। ਠੀਕ ਹੈ, ਉਹਨੂੰ ਆਪਾਂ ਕਿਹੜਾ ਸੈੱਟ ਬੋਲਦੇ ਆ? ਅਨਬਾਉਂਡਡ ਸੈੱਟ ਬੋਲਦੇ ਆ। ਖੈਰ ਉਹਦੇ ਬਾਰੇ ਵੀ ਡਿਸਕਸ਼ਨ ਕਰਾਂਗੇ। ਦੂਸਰਾ ਪੁਆਇੰਟ ਆਪਣੇ ਕੋਲ ਕੀ ਆ ਜਾਂਦਾ ਹੈ? ਦੂਸਰਾ ਪੁਆਇੰਟ ਆ ਜਾਂਦਾ ਹੈ ਕਿ ਜਿਹੜਾ ਅਪਰ ਬਾਉਂਡ ਹੈ, upper bound of a set is not unique। ਇਸ ਚੀਜ਼ ਬਾਰੇ ਆਪਾਂ ਆਲਰੇਡੀ ਪ੍ਰੀਵੀਅਸ ਵੀਡੀਓ ਦੇ ਵਿੱਚ ਡਿਸਕਸ਼ਨ ਕਰ ਚੁੱਕੇ ਹਾਂ ਜਦੋਂ ਆਪਾਂ ਲੋਅਰ ਬਾਉਂਡ ਤੇ ਅਪਰ ਬਾਉਂਡ ਨੂੰ ਸਮਝ ਰਹੇ ਸੀ। ਅਪਰ ਬਾਉਂਡ ਕੀ ਹੁੰਦੀ ਹੈ? ਕਦੇ ਵੀ ਯੂਨੀਕ ਨਹੀਂ ਹੁੰਦੀ। ਸੋ ਅਪਰ ਦੇ ਨਾਲ ਜੇਕਰ ਮੈਂ ਸਲੈਸ਼ ਪਾ ਕੇ ਲੋਅਰ ਵੀ ਲਿਖਦਾ ਤਾਂ ਵੀ ਕੁਝ ਗਲਤ ਨਹੀਂ ਹੈ ਕਿਉਂਕਿ ਲੋਅਰ ਬਾਉਂਡ ਵੀ ਯੂਨੀਕ ਨਹੀਂ ਹੁੰਦੀ। ਆਪਣੇ ਕੋਲ ਇੱਕ ਸੈੱਟ ਦੀਆਂ ਮੋਰ ਦੈਨ 1 ਅਪਰ ਬਾਉਂਡਸ ਹੋ ਸਕਦੀਆਂ ਨੇ। ਫੋਰ ਐਗਜ਼ਾਮਪਲ ਇਹੀ ਸੈੱਟ ਲਾ ਲਓ 1 2 3। ਹੁਣ ਮੈਂ ਤੁਹਾਨੂੰ ਕਿਹਾ ਸੀ ਅਪਰ ਬਾਉਂਡ ਕਿਹੜੀ ਹੁੰਦੀ ਹੈ? ਉਹ ਬਾਉਂਡ ਹੁੰਦੀ ਹੈ ਜਿਹਦੇ ਤੋਂ ਸਾਰੇ ਐਲੀਮੈਂਟਸ ਜਾਂ ਤਾਂ ਬਰਾਬਰ ਹੋਣ ਜਾਂ ਛੋਟੇ ਹੋਣ, ਜਿਹਦੇ ਤੋਂ ਸਾਰੇ ਐਲੀਮੈਂਟਸ ਜਾਂ ਬਰਾਬਰ ਹੋਣ ਜਾਂ ਛੋਟੇ ਹੋਣ। ਫੋਰ ਐਗਜ਼ਾਮਪਲ 1 3 ਤੋਂ ਛੋਟਾ ਹੈ, 2 3 ਤੋਂ ਛੋਟਾ ਹੈ ਐਂਡ 3 3 ਦੇ ਇਕੁਅਲ ਹੈ। ਹੁਣ ਤੁਸੀਂ ਕਹੋਗੇ ਮੈਮ ਐਵੇਂ ਤਾਂ ਜੇਕਰ ਅਸੀਂ 4 ਲੈ ਲਈਏ ਉਹ ਵੀ ਤਾਂ ਅਪਰ ਬਾਉਂਡ ਬਣਦੀ ਹੈ ਕਿਉਂਕਿ ਸਾਰੇ ਐਲੀਮੈਂਟ 4 ਤੋਂ ਛੋਟੇ ਹੈ, 5 ਤੋਂ ਛੋਟੇ ਹੈ, 6 ਤੋਂ ਛੋਟੇ ਹੈ, 7 ਤੋਂ ਛੋਟੇ ਹੈ, 8 ਤੋਂ ਛੋਟੇ ਹੈ। ਸੋ देयर इज नो यूनिकनेस। अ सेट हैज मोर देन 1 अपर बाउंड्स। समझ आया? ਕਲੀਅਰ ਹੋਇਆ। ਹੁਣ ਥਰਡ ਰਿਜ਼ਲਟ ਦੀ ਗੱਲ ਕਰੀਏ। ਥਰਡ ਰਿਜ਼ਲਟ ਮੇਰੇ ਕੋਲ ਕੀ ਹੈ? ਅਗਰ ਆਪਾਂ ਗੱਲ ਕਰੀਏ ਕਿ ਮੈਨੂੰ ਕੀ ਦਿੱਤਾ ਹੋਇਆ ਹੈ, ਮੈਨੂੰ ਦੋ ਸੈੱਟ ਦਿੱਤੇ ਹੋਏ ਨੇ ਔਰ ਦੋਨੋਂ ਸੈੱਟ ਕੀ ਨੇ? ਬਾਉਂਡਡ ਨੇ। ਹੁਣ ਤੁਸੀਂ ਮੰਨ ਕੇ ਚੱਲੋ ਕਿ ਮੇਰੇ ਕੋਲ ਦੋ ਸੈੱਟ ਨੇ, ਇੱਕ A ਸੈੱਟ ਹੈ ਇੱਕ B ਸੈੱਟ ਹੈ ਔਰ ਦੋਨੋਂ ਸੈੱਟ ਕੀ ਨੇ? ਬਾਉਂਡਡ ਨੇ। ਦੋਨੋਂ ਸੈੱਟ ਕੀ ਨੇ ਜੀ? ਬਾਉਂਡਡ ਨੇ। ਹੁਣ ਤੁਸੀਂ ਜਦੋਂ ਬਾਉਂਡਡ ਸੈੱਟ ਦੀ ਯੂਨੀਅਨ ਕਰੋਗੇ
ਰਿਪੀਟ ਕਰ ਰਹੀ ਹਾਂ, ਜਦੋਂ ਤੁਸੀਂ ਬਾਉਂਡਡ ਸੈੱਟ ਦੀ ਯੂਨੀਅਨ ਕਰੋਗੇ ਮਤਲਬ ਇਹ ਵੀ ਇੱਕ ਲਿਮਿਟਡ ਜਿਹਾ ਸੈੱਟ ਹੈ ਔਰ ਇਹ ਵੀ ਇੱਕ ਲਿਮਿਟਡ ਜਿਹਾ ਸੈੱਟ ਹੈ ਔਰ ਲਿਮਿਟਡ ਜਿਹੇ ਸੈੱਟ ਦੀਆਂ ਤੁਸੀਂ ਯੂਨੀਅਨ ਕਰਨ ਚੱਲੇ ਹੋ ਤਾਂ ਜਿਹੜਾ ਰਿਜ਼ਲਟ ਆਊਗਾ ਉਹ ਥੋੜਾ ਲਾਰਜ ਹੋ ਸਕਦਾ ਹੈ ਪਰ ਉਹ ਵੀ ਲਿਮਿਟਡ ਹੀ ਹੋਊਗਾ। ਇਟ ਵਿਲ ਬੀ ਆਲਸੋ ਬਾਉਂਡਡ। ਠੀਕ ਹੈ, ਤਾਂ ਜਿਹੜੀ ਯੂਨੀਅਨ ਵੀ ਹੋਊਗੀ ਉਹ ਵੀ 110% ਕੀ ਹੋਊਗੀ, ਬਾਉਂਡਡ ਹੀ ਹੋਊਗੀ। ਰੀਜ਼ਨ ਮੈਨੂੰ ਐਕਸਪਲੇਨ ਕਰਨ ਦੀ ਲੱਗਦਾ ਨਹੀਂ ਜ਼ਰੂਰਤ ਹੈਗਾ ਕਿਉਂਕਿ ਤੁਸੀਂ ਆਪ ਸੋਚ ਕੇ ਦੇਖੋ ਜਦੋਂ ਮਤਲਬ ਇਨਫਿਨਾਈਟ ਦੋਨੋਂ ਚ ਕੋਈ ਹੈ ਹੀ ਨਹੀਂ ਤਾਂ ਯੂਨੀਅਨ ਕਰਕੇ ਇਨਫਿਨਾਈਟ ਵੀ ਬਣ ਨਹੀਂ ਸਕਦਾ ਹੈਗਾ। ਕਲੀਅਰ ਹੈ। ਨੈਕਸਟ ਅਗਰ ਇਹੀ ਰਿਜ਼ਲਟ ਤੁਸੀਂ ਕਿਤੇ ਨਾ ਕਿਤੇ ਇੰਟਰਸੈਕਸ਼ਨ ਦੀ ਗੱਲ ਕਰਦੇ ਹੋ ਕਿ ਮੇਰੇ ਕੋਲ A ਸੈੱਟ ਤੇ B ਸੈੱਟ ਦੋਨੋਂ ਕੀ ਨੇ, ਬਾਉਂਡਡ ਸੈੱਟ ਨੇ। ਹੁਣ ਬਾਉਂਡਡ ਸੈੱਟ ਨੇ ਤਾਂ देयर इज नो डाउट ਕਿ ਬਾਉਂਡ ਨੇ, ਲਿਮਿਟਡ ਨੇ। ਹੁਣ ਜੇਕਰ ਤੁਸੀਂ ਇਹਨਾਂ ਦੀ ਇੰਟਰਸੈਕਸ਼ਨ ਕਰ ਲਓਗੇ, ਇੰਟਰਸੈਕਸ਼ਨ ਦੇ ਵਿੱਚ ਤਾਂ ਆਣੇ ਹੀ ਕਾਮਨ ਪਾਰਟ ਨੇ, ਸਾਰਾ ਸੈੱਟ ਤਾਂ ਉਦੋਂ ਵੀ ਨਹੀਂ ਆਣਾ, ਕੁਝ ਕਾਮਨ ਪਾਰਟ ਹੀ ਆਣਗੇ ਤਾਂ ਉਹ ਵੀ ਮੇਰੇ ਕੋਲ ਕੀ ਹੋਊਗਾ, ਫਿਰ ਬਾਉਂਡਡ ਹੀ ਹੋਊਗਾ। ਠੀਕ ਹੈ, ਕਲੀਅਰ ਹੈ, ਸਮਝ ਆਇਆ ਜੀ। ਹੁਣ ਨੈਕਸਟ ਵਨ इंपॉर्टेंट है क्योंकि यही कंफ्यूज करता है। ठीक है, सो बाउंड्स ऑफ अ सेट may or may not belongs to set। ਜਿਹੜੀਆਂ ਬਾਉਂਡਸ ਨੇ ਉਹ ਜ਼ਰੂਰੀ ਨਹੀਂ ਹੈਗਾ ਕਿ ਉਹ ਸੈੱਟ ਦੇ ਵਿੱਚ ਬਿਲੋਂਗ ਕਰਨ। ਹੁਣ ਜਿਵੇਂ ਕਿ ਆਪਾਂ ਇੱਥੇ ਐਗਜ਼ਾਮਪਲ ਲਈ ਸੀ ਔਰ ਐਗਜ਼ਾਮਪਲ ਕਰੰਟਲੀ ਲਿਖੀ ਹੋਈ ਵੀ ਹੈਗੀ ਕਿ ਜਿਹੜੀ ਇਹ ਵਾਲੀ ਅਪਰ ਬਾਉਂਡ ਸੀ, ਇਹ ਅਪਰ ਬਾਉਂਡ ਸੀ ਜਿਹੜੀ, ਇਹ ਤਾਂ ਮੇਰੀ ਸੈੱਟ ਦੇ ਵਿੱਚ ਬਿਲੋਂਗ ਕਰੀ ਜਾਂਦੀ ਹੈ। ਪਰ ਜੇਕਰ ਮੈਂ ਕਹਾਂ ਕਿ 4 ਵੀ ਅਪਰ ਬਾਉਂਡ ਹੈ, 5 ਵੀ ਅਪਰ ਬਾਉਂਡ ਹੈ, 6 ਵੀ ਅਪਰ ਬਾਉਂਡ ਹੈ, ਤਾਂ ਉਹ ਜਿਹੜੀਆਂ ਬਾਉਂਡਸ ਨੇ 4 5 6 7 ਅਪ ਟੂ ਸੋ ਉਹ ਮੇਰੇ ਸੈੱਟ ਦੇ ਵਿੱਚ ਬਿਲੋਂਗ ਨਹੀਂ ਕਰ ਰਹੀਆਂ। ਸੋ ਜਿਹੜੀਆਂ ਬਾਉਂਡਸ ਨੇ ਉਹ ਚਾਹੇ ਲੋਅਰ ਬਾਉਂਡ ਦੀ ਗੱਲ ਹੋ ਰਹੀ ਹੈ ਚਾਹੇ ਅਪਰ ਬਾਉਂਡ ਦੀ ਗੱਲ ਹੋ ਰਹੀ ਹੈ, ਉਹ ਸੈੱਟ ਦੇ ਵਿੱਚ ਬਿਲੋਂਗ ਕਰ ਵੀ ਸਕਦੀਆਂ ਨੇ ਔਰ ਨਹੀਂ ਵੀ ਕਰ ਸਕਦੀਆਂ। ਦੈਟ ਇਜ਼ ਟੋਟਲੀ ਡਿਪੈਂਡ ਔਨ ਦ ਕੁਐਸਚਨ ਕਿਉਂਕਿ ਯੂਨੀਕ ਨਹੀਂ ਹੈਗੀਆਂ, ਸੋ ਕਰ ਵੀ ਸਕਦੀਆਂ ਨੇ ਨਹੀਂ ਵੀ ਕਰ ਸਕਦੀਆਂ। समझ आया, क्लियर होया जी। ਅੱਗੇ ਚਲੀਏ, ਅਗਲੇ ਰਿਜ਼ਲਟ ਨੂੰ ਦੇਖੀਏ ਤਾਂ ਅਗਲਾ ਰਿਜ਼ਲਟ ਮੇਰੇ ਕੋਲ ਕੀ ਆ ਜਾਂਦਾ ਹੈ। if a set have an upper bound, upper ਦੀ ਜਗ੍ਹਾ ਤੇ ਮੈਂ lower ਵੀ ਲਿਖ ਸਕਦੀ ਹਾਂ, ਸੋ ਦੋਨਾਂ ਦੇ ਲਈ ਸੇਮ ਹੀ ਰਿਜ਼ਲਟ ਹੈ, bound, then it have infinite number of upper lower bounds। ਹੁਣ ਜੇਕਰ ਕਿਸੇ ਸੈੱਟ ਦੀ ਅਪਰ ਬਾਉਂਡ ਹੈ ਤਾਂ ਉਹਦੇ ਵਿੱਚ ਇਨਫਿਨਾਈਟ ਅਪਰ ਬਾਉਂਡਸ ਹੋਣਗੀਆਂ ਔਰ ਜੇਕਰ ਕਿਸੇ ਸੈੱਟ ਦੀ ਲੋਅਰ ਬਾਉਂਡ ਹੈ ਤਾਂ ਉਹਦੇ ਵਿੱਚ ਇਨਫਿਨਾਈਟ ਲੋਅਰ ਬਾਉਂਡਸ ਹੋਣਗੀਆਂ। ਤਾਂ ਮੈਂ ਤੁਹਾਨੂੰ ਇੱਕ ਚੀਜ਼ ਪਹਿਲਾਂ ਹੀ ਮੈਂਸ਼ਨ ਕਰਤੀ ਸੀ ਕਿ ਜ਼ਰੂਰੀ ਨਹੀਂ ਕਿ ਅਪਰ ਬਾਉਂਡ ਹੋਵੇ ਜਾਂ ਲੋਅਰ ਬਾਉਂਡ ਹੋਵੇ। ਇਟ ਮੇ ਔਰ ਮੇ ਨੋਟ ਵਾਲਾ ਕੇਸ ਹੈ ਵੀ ਅਪਰ ਬਾਉਂਡ ਹੋ ਵੀ ਸਕਦੀ ਹੈ ਨਹੀਂ ਵੀ ਹੋ ਸਕਦੀ, ਰਾਈਟ, ਜੋ ਕਿ ਮੈंने ਪਿੱਛੇ ਐਕਸਪਲੇਨ ਕਰਤਾ। ਹੁਣ ਜੇਕਰ ਕਿਸੇ ਸੈੱਟ ਦੀ ਅਪਰ ਬਾਉਂਡ ਹੈਗੀ ਹੈ, ਮੈਂ ਉਹ ਐਗਜ਼ਾਮਪਲ ਦੁਬਾਰਾ ਲੈ ਲੈਣੀ ਆ, ਮੰਨ ਲਓ ਹੁਣ ਇਹਦੀ ਅਪਰ ਬਾਉਂਡ ਹੈਗੀ ਹੈ, ਫॉर एग्जांपल 3 ਇਹਦੀ ਅਪਰ ਬਾਉਂਡ ਹੈ। मैंने ये चीज भी तो बोली ना कि अपर बाउंड यूनिक नहीं होंगी। आई टोल्ड यू कि 3 भी दी अपर बाउंड है, 4 भी दी अपर बाउंड है, 5 भी अपर बाउंड है, 6 भी अपर बाउंड है, 7 8 9 10 मतलब ਇਹਦੇ ਵਿੱਚ ਇਨਫਿਨਾਈਟ ਮੈਨੀ ਅਪਰ ਬਾਉਂਡਸ ਨੇ। ਅਗਰ ਇਹਦੇ ਵਿੱਚ ਅਪਰ ਬਾਉਂਡ ਹੈ ਤਾਂ ਉਸ ਤੋਂ ਲਾਰਜ ਇਨਫਿਨਾਈਟ ਮੈਨੀ ਨੰਬਰਸ ਤੁਹਾਨੂੰ ਮਿਲ ਜਾਣਗੇ ਜਿਹੜੇ ਇਸ ਦੇ ਅਪਰ ਬਾਉਂਡ ਬਣੇ ਹੋਏ ਨੇ। सिमिलरली फॉर द लोअर केस, लोअर बाउंड ਦੇ ਵਿੱਚ ਕੀ ਆ, अगर 1 मेरे को लोअर बाउंड है तो 0 -1 -2 -3 अप टू सो और ਇਨਫਿਨਾਈਟ ਮੈਨੀ ਨੰਬਰਸ ਨੇ ਜੋ ਇਸ ਦੇ ਲੋਅਰ ਬਾਉਂਡਸ ਨੇ ਜਿਹਦੇ ਤੋਂ ਸਾਰੇ ਜਿਹੜੇ ਐਲੀਮੈਂਟਸ ਨੇ 1 2 3 ਉਹ ਕੀ ਨੇ, ਗ੍ਰੇਟਰ ਨੇ। ਸਮਝ ਆਇਆ। ਸੋ ਅਗਰ ਤੁਹਾਡੇ ਕੋਲ ਅਪਰ ਬਾਉਂਡ ਜਾਂ ਲੋਅਰ ਬਾਉਂਡ ਹੈਗੀ ਹੈ ਤਾਂ ਇਹ ਚੀਜ਼ ਦਾ ਧਿਆਨ ਰੱਖਣਾ ਹੈ। ਪਹਿਲੀ ਗੱਲ ਤਾਂ ਯੂਨੀਕ ਨਹੀਂ ਹੈਗੀ, ਦੂਜੀ ਗੱਲ ਉਹ ਇਨਫਿਨਾਈਟ ਹੁੰਦੀ ਹੈ। ਇਨਫਿਨਾਈਟ ਨੰਬਰ ਆਫ ਅਪਰ ਬਾਉਂਡਸ ਜਾਂ ਲੋਅਰ ਬਾਉਂਡਸ ਹੁੰਦੇ ਨੇ। ठीक है, सो आई हैव अ सेट, फॉर एग्जांपल दिस इज ए सेट जो कि मेरे को बाउंडेड सेट है। बाउंडेड सेट का मतलब क्या, बेचारा लिमिटेड जैसा सेट है कि एक जगह तो शुरू होगा दूसरी जगह तक खत्म हो जाएगा। हुन जेकर मैं इसका एक सबसेट ले ला, जेकर मैं इसका एक सबसेट ले ला, वैसे सोचने वाली गल ही नहीं, बट फिर भी ओह भी हमेशा की होगा, बाउंडेड ही होगा। क्योंकि जो तुसी एक बड़ा सेट ही लिमिटेड है ਉਹਦੇ ਇੱਕ ਛੋਟਾ ਜਿਹਾ ਹਿੱਸਾ ਕੱਢੋਗੇ ਉਹਨੇ ਤਾਂ ਆਪੇ ਲਿਮਿਟ ਦੇ ਵਿੱਚ ਆਣਾ। ਸਮਝ ਰਹੇ ਹੋ। ਤਾਂ ਜਿਹੜਾ ਸੈੱਟ ਲਿਮਿਟਡ ਹੈ, ਬਾਉਂਡਡ ਹੈ, ਉਹਦਾ ਇੱਕ ਸਬਸੈਟ ਕੱਢੋਗੇ ਉਹ ਵੀ ਤਾਂ 110% ਕੀ ਹੋਊਗਾ, ਲਿਮਿਟਡ ਹੀ ਹੋਊਗਾ। ਸੋ ਇਹ ਮੇਰੇ ਕੋਲ ਕੁਝ ਪ੍ਰੋਪਰਟੀਜ਼, ਕੁਝ ਰਿਜ਼ਲਟ ਸੀਗੇ ਜਿਹੜੇ ਤੁਹਾਡੇ ਨਾਲ ਸ਼ੇਅਰ ਕਰਨੇ ਜ਼ਰੂਰੀ ਸੀ। ਨਾਓ ਵੀ ਸ਼ੁਡ ਟਾਕਿੰਗ ਅਬਾਊਟ ਦ ਗ੍ਰੇਟੈਸਟ ਲੋਅਰ ਬਾਉਂਡ ਐਂਡ ਲੀਸਟ ਅਪਰ ਬਾਉਂਡ। ਹੁਣ ਆਪਣੇ ਕੋਲੇ ਇੰਪੋਰਟੈਂਟ ਟੌਪਿਕ ਆ ਗਿਆ ਜਿਹਨੂੰ ਆਪਾਂ LUB ਬੋਲਦੇ ਆ। ਇਹਨੂੰ ਮੈਂ ਪ੍ਰੋਪਰ ਲਿਖਾਂ, ਇਟ ਇਜ਼ ਨੋਨ ਐਜ਼ ਲੀਸਟ ਅਪਰ ਬਾਉਂਡ। ਕੀ ਹੁੰਦੀ ਹੈ ਜੀ ਲੀਸਟ ਅਪਰ ਬਾਉਂਡ? ਲੀਸਟ ਅਪਰ ਬਾਉਂਡ ਦਾ ਮਤਲਬ ਹੈ
ਕਿ ਅਪਰ ਬਾਉਂਡ ਦੇ ਵਿੱਚ ਸਭ ਤੋਂ ਛੋਟੇ, ਹੁਣ ਜਿਵੇਂ ਕਿ ਮੈਂ ਤੁਹਾਨੂੰ ਐਗਜ਼ਾਮਪਲ ਦਿੱਤੀ ਔਰ ਐਗਜ਼ਾਮਪਲ ਦੇ ਕੇ ਮੈਂ ਤੁਹਾਨੂੰ ਕਿਹਾ ਕਿ ਮੇਰੇ ਕੋਲ ਤਾਂ ਇਨਫਿਨਾਈਟ ਮੈਨੀ ਅਪਰ ਬਾਉਂਡਸ ਨੇ ਜੀ ABC, ਹੁਣ ਮੈਂ ਤੁਹਾਡੇ ਕੋਲ ਇਹੀ ਸੈੱਟ ਦੁਬਾਰਾ ਲਿਖ ਲਿਆ ਕਿਉਂਕਿ ਜਦੋਂ ਆਪਾਂ ਇੱਕ ਐਗਜ਼ਾਮਪਲ ਲੈ ਕੇ ਚੱਲਦੇ ਹਾਂ ਉਹ ਚੀਜ਼ਾਂ ਨੂੰ ਅੱਛੇ ਤਰੀਕੇ ਨਾਲ ਰਿਲੇਟ ਕਰਕੇ ਸਮਝ ਪਾਉਂਦਾ ਬੰਦਾ, ਠੀਕ ਹੈ। ਸੋ 1 2 3 ਮੈਨੂੰ ਦਿੱਤਾ ਹੋਇਆ, this is a set as I told you ਕਿ ਇਹਦੀ ਅਪਰ ਬਾਉਂਡ ਕੀ ਹੈ। ਤੁਸੀਂ ਕਹੋਗੇ ਮੈਮ ਤੁਸੀਂ ਹੁਣੀ ਤਾਂ ਕਿੰਨੀ ਵਾਰੀ ਦੱਸ ਚੁੱਕੇ ਹੋ ਕਿ ਇਹਦੀ ਅਪਰ ਬਾਉਂਡ 3 ਹੈ, ਕਿਉਂਕਿ 3 ਤੋਂ ਸਾਰੇ ਐਲੀਮੈਂਟਸ ਜਾਂ ਤਾਂ ਬਰਾਬਰ ਨੇ ਜਾਂ ਛੋਟੇ ਨੇ। ਮੈਂ ਤੁਹਾਨੂੰ ਇੱਕ ਗੱਲ ਹੋਰ ਕਹੀ ਸੀ ਕਿ ਨਹੀਂ, ਇਸ ਦੀ ਅਪਰ ਬਾਉਂਡ 4 ਵੀ ਹੋ ਸਕਦੀ ਹੈ, ਇਸ ਦੀ ਅਪਰ ਬਾਉਂਡ 5 ਵੀ ਹੋ ਸਕਦੀ ਹੈ, 6 ਵੀ ਹੋ ਸਕਦੀ ਹੈ, 7 ਵੀ ਹੋ ਸਕਦੀ ਹੈ ਐਂਡ ਅਪ ਟੂ ਸੋਨ ਇਨਫਿਨਾਈਟ ਮੈਨੀ ਨੰਬਰਸ। ਹੁਣ ਇੰਨੇ ਸਾਰੇ ਅਪਰ ਬਾਉਂਡਸ ਨੇ, ਉਹਨੂੰ ਆਪਾਂ ਕੱਲਾ ਕੀ ਬੋਲਦੇ ਆ, ਅਪਰ ਬਾਉਂਡ ਬੋਲਦੇ ਆ, ਠੀਕ ਹੈ। ਵਟ ਡੂ ਯੂ ਮੀਨ ਬਾय ਦ ਲੀਸਟ ਅਪਰ ਬਾਉਂਡ? ਇਹਨਾਂ ਸਾਰੀਆਂ ਅਪਰ ਬਾਉਂਡਸ ਦੇ ਵਿੱਚੋਂ ਜਿਹੜਾ ਸਭ ਤੋਂ ਲੀਸਟ ਨੰਬਰ ਹੈ, ਜਿਹੜਾ ਸਭ ਤੋਂ ਛੋਟਾ ਨੰਬਰ ਹੈ, ਉਹ ਮੇਰੇ ਕੋਲ ਕੀ ਹੋਊਗੀ, ਲੀਸਟ ਅਪਰ ਬਾਉਂਡ ਹੋਗੀ। ਹੁਣ ਮੇਰੀ ਅਪਰ ਬਾਉਂਡਸ ਕੀ ਨੇ, 3 4 5 ਐਂਡ ਅਪ ਟੂ ਸੋ ਔਨ। ਇਹਨਾਂ ਸਾਰੇ ਅਪਰ ਬਾਉਂਡਸ ਦੇ ਵਿੱਚੋਂ ਜਿਹੜਾ ਸਭ ਤੋਂ ਲੀਸਟ ਨੰਬਰ ਹੈ, ਜਿਹੜਾ ਸਭ ਤੋਂ ਛੋਟਾ ਨੰਬਰ ਹੈ, that is known as ਲੀਸਟ ਅਪਰ ਬਾਉਂਡ, ਜਿਹਨੂੰ ਤੁਸੀਂ ਸੁਪਰੀਮੀਅਮ ਵੀ ਬੋਲਦੇ ਹੋ ਔਰ ਇਹ ਅੱਛਾ ਖਾਸਾ ਨਾਮ ਯੂਜ਼ ਕੀਤਾ ਜਾਂਦਾ ਨਾਮ ਹੈ। ਸੋ ਯੂ ਸ਼ੁਡ ਨੋ ਅਬਾਊਟ ਇਟ ਆਲਸੋ। ਜਿਹੜਾ ਸੁਪਰੀਮੀਅਮ ਹੈ ਜਾਂ ਜਿਹੜਾ ਲੀਸਟ ਅਪਰ ਬਾਉਂਡ ਹੈ, ਉਹ ਸਾਰੇ ਅਪਰ ਬਾਉਂਡਸ ਦੇ ਵਿੱਚੋਂ ਸਭ ਤੋਂ ਛੋਟੀ ਅਪਰ ਬਾਉਂਡ ਹੁੰਦਾ ਹੈ। ਸੋ ਅਪਰ ਬਾਉਂਡ ਤਾਂ ਸਾਰੇ ਨੇ ਬਟ ਲੀਸਟ ਕਿਹੜੀ ਹੈ, 3। ਔਰ ਇੱਕ ਗੱਲ, ਇਹ ਹਮੇਸ਼ਾ ਯੂਨੀਕ ਹੁੰਦੀ ਹੈ ਕਿਉਂਕਿ ਇੱਥੇ ਇਨਫਿਨਾਈਟ ਮੈਨੀ ਨਹੀਂ ਹੈਗੀਆਂ, ਇੱਥੇ ਇੱਕੋ ਹੀ ਹੈ। ਹੁਣ ਸਾਰਿਆਂ ਦੇ ਵਿੱਚੋਂ ਛੋਟਾ ਨੰਬਰ ਇੱਕੋ ਹੀ ਹੋਊਗਾ, ਰਾਈਟ। ਜੇਕਰ ਮੇਰੇ ਕੋਲ ਇੰਨੇ ਸਾਰੇ ਨੰਬਰ ਪਏ ਆ ਉਹਦੇ ਵਿੱਚ ਛੋਟਾ ਨੰਬਰ ਲੱਭ ਰਹੀ ਹਾਂ, ਸੋ ਯੂਨੀਕ ਹੋਊਗਾ, ਉਹ ਇੱਕੋ ਹੀ ਹੋਊਗਾ, ਬਹੁਤ ਸਾਰੇ ਨੰਬਰ ਨਹੀਂ ਹੋ ਸਕਦੇ, ਠੀਕ ਹੈ ਜੀ। ਹੁਣ ਸੇਮ ਇਹੀ ਗੱਲ ਆਪਣੇ ਕੋਲ ਕਿਹਦੇ ਵਾਸਤੇ ਆਉਂਦੀ ਹੈ, ਗ੍ਰੇਟੈਸਟ ਲੋਅਰ ਬਾਉਂਡ ਵਾਸਤੇ, GLB, ਜਿਸ ਦਾ ਕੀ ਮਤਲਬ ਹੈ, ਜਿਸ ਦਾ ਮਤਲਬ ਹੈ ਗ੍ਰੇਟੈਸਟ ਲੋਅਰ ਬਾਉਂਡ। ਹੁਣ ਕਿਤੇ ਨਾ ਕਿਤੇ ਸਮਝ ਆ ਗਿਆ ਤਾਂ ਬਹੁਤ ਅੱਛੀ ਗੱਲ ਹੈ, ਨਹੀਂ ਸਮਝ ਆਇਆ ਤਾਂ ਇੱਥੋਂ ਸਮਝ ਤੁਸੀਂ ਜਾਓਗੇ ਸਾਰਾ ਕੁਝ, ਠੀਕ ਹੈ। ਗ੍ਰੇਟੈਸਟ ਲੋਅਰ ਬਾਉਂਡ। ਹੁਣ ਗ੍ਰੇਟੈਸਟ ਲੋਅਰ ਬਾਉਂਡ ਕਿਹੜੀ ਹੁੰਦੀ ਹੈ, ਗ੍ਰੇਟੈਸਟ ਲੋਅਰ ਬਾਉਂਡ ਉਹ ਬਾਉਂਡ ਹੁੰਦੀ ਹੈ, ਹੁਣ ਜਿਵੇਂ ਕਿ ਉਹੀ ਐਗਜ਼ਾਮਪਲ ਲੈ ਲੈਂਦੇ ਆ ਆਪਾਂ, that is 1 2 ਐਂਡ 3। ਐਜ਼ ਆਈ ਟੋਲਡ ਯੂ ਕਿ ਜਿਹੜੀ 1 ਹੈ ਉਹ ਬਿਲਕੁਲ ਲੋਅਰ ਬਾਉਂਡ ਹੈ, ਕਿਉਂ, ਕਿਉਂਕਿ 1 ਤੋਂ ਸਾਰੇ ਐਲੀਮੈਂਟ ਵੱਡੇ ਹੈ ਜਾਂ ਇਕੁਅਲ ਹੈ। 1 ਤੋਂ ਸਾਰੇ ਐਲੀਮੈਂਟ ਜਾਂ ਤਾਂ ਵੱਡੇ ਹੈ ਜਾਂ ਇਕੁਅਲ ਹੈ। ਸੋ 1 ਮੇਰੀ ਕੀ ਹੈ, ਲੋਅਰ ਬਾਉਂਡ ਹੈ। ਤਾਂ ਮੈਂ ਤੁਹਾਨੂੰ ਕਿਹਾ ਮੈਮ 0 ਵੀ ਤਾਂ ਹੋ ਸਕਦੀ ਹੈ, ਹਾਂਜੀ, -1 -2 -3 -100 -11 ਸਾਰੇ ਨੇ ਇਹਦੀਆਂ ਲੋਅਰ ਬਾਉਂਡਸ। ਬਟ ਇਹਨਾਂ ਸਾਰੀਆਂ ਲੋਅਰ ਬਾਉਂਡਸ ਦੇ ਵਿੱਚੋਂ ਜਿਹੜਾ ਨੰਬਰ ਸਭ ਤੋਂ ਜ਼ਿਆਦਾ ਗ੍ਰੇਟਰ ਹੈ, ਇਹਨਾਂ ਸਾਰੀਆਂ ਲੋਅਰ ਬਾਉਂਡਸ ਦੇ ਵਿੱਚੋਂ ਜਿਹੜਾ ਨੰਬਰ ਸਭ ਤੋਂ ਜ਼ਿਆਦਾ ਗ੍ਰੇਟਰ ਹੈ, that is known as greatest lower bound। ਸਮਝ ਆ ਗਿਆ, ਗ੍ਰੇਟੈਸਟ ਲੋਅਰ ਬਾਉਂਡ, ਜਿਹਨੂੰ ਆਪਾਂ ਕੀ ਬੋਲਦੇ ਹਾਂ, ਇਨਫੀਮੀਅਮ ਵੀ ਬੋਲਦੇ ਹਾਂ, ਇਨਫੀਮੀਅਮ, ਸੁਪਰੀਮੀਅਮ ਤੇ ਇਨਫੀਮੀਅਮ। ਸਮਝ ਆਇਆ। ਗ੍ਰੇਟੈਸਟ ਲੋਅਰ ਬਾਉਂਡ ਵੀ ਕੀ ਹੁੰਦੀ ਹੈ, ਯੂਨੀਕ ਹੁੰਦੀ ਹੈ, ਕਿਉਂਕਿ ਅਗਰ ਤੁਹਾਡੇ ਕੋਲ ਬਹੁਤ ਸਾਰੇ ਨੰਬਰਸ ਨੇ ਉਹਦੇ ਵਿੱਚ ਤੁਸੀਂ ਇੱਕ ਨੰਬਰ ਕਹਿੰਦੇ ਹੋ ਵੀ ਹਾਂਜੀ ਗ੍ਰੇਟੈਸਟ ਹੈ, ਤਾਂ ਉਹ ਹਮੇਸ਼ਾ ਯੂਨੀਕ ਹੋਏਗਾ। ਕੋਈ ਵੀ ਦੋ ਨੰਬਰ ਗ੍ਰੇਟੈਸਟ ਨਹੀਂ ਹੋ ਸਕਦੇ ਰੈਦਰ ਦੈਨ ਉਹ ਸੇਮ ਨਾ ਹੋ, ਠੀਕ ਹੈ, ਉਹਨਾਂ ਵਿੱਚ ਫਰਕ ਹੋਊਗਾ। ਅਗਰ ਉਹ ਸੇਮ ਨਹੀਂ ਹੈਗੇ ਤਾਂ ਯੂਨੀਕ ਨਹੀਂ ਹੋਊਗਾ, ਠੀਕ ਹੈ। ਕਲੀਅਰ ਹੋਇਆ, ਸਮਝ ਆ ਗਿਆ। ਜੇਕਰ ਕੋਈ ਵੀ ਡਾਊਟ ਹੈ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਲਿਓ, ਬਟ ਡਾਊਟ ਆਪਣੇ ਮਾਈਂਡ ਦੇ ਵਿੱਚ ਨਹੀਂ ਰੱਖਣਾ ਹੈਗਾ। ਇਨਫੀਮੀਅਮ ਹੋ ਗਿਆ, ਸੁਪਰੀਮੀਅਮ ਹੋ ਗਿਆ। ਹੁਣ ਆਪਾਂ ਇਹਨਾਂ ਦੇ ਰਿਜ਼ਲਟ ਨੂੰ ਤਾਂ ਕਰ ਲਈਏ, ਇਨਫੀਮੀਅਮ ਤੇ ਸੁਪਰੀਮੀਅਮ ਦੇ, ਤਾਂ ਰਿਜ਼ਲਟ ਆਪਣੇ ਕੋਲ ਕੀ ਨੇ। ਸਭ ਤੋਂ ਪਹਿਲਾ ਰਿਜ਼ਲਟ ਤਾਂ ਇਹੀ ਆ ਜਾਂਦਾ ਹੈ ਕਿ ਜੇਕਰ ਤੁਸੀਂ ਗੱਲ ਕਰਦੇ ਹੋ ਅਪਰ ਬਾਉਂਡ ਦੀ ਜਾਂ ਲੋਅਰ ਬਾਉਂਡ ਦੀ, ਤਾਂ ਤੁਸੀਂ ਇਸ ਚੀਜ਼ ਦਾ ਧਿਆਨ ਰੱਖਣਾ ਹੈ ਕਿ ਉਹ ਹਮੇਸ਼ਾ ਕੀ ਹੋਣਗੀਆਂ, ਯੂਨੀਕ ਹੋਣਗੀਆਂ। ਸੋ ਲੀਸਟ ਅਪਰ ਬਾਉਂਡ, ਤੇ ਇਹ ਚੀਜ਼ ਮੈਂ ਗ੍ਰੇਟੈਸਟ ਲੋਅਰ ਬਾਉਂਡ ਵਾਸਤੇ ਵੀ ਕਹਿ ਰਹੀ ਹਾਂ, ਇਜ਼ ਆਲਵੇਜ਼ ਯੂਨੀਕ, ਉਹ ਹਮੇਸ਼ਾ ਯੂਨੀਕ ਹੋਣਗੀਆਂ। देयर इज अ डिफरेंस बिटवीन द लीस्ट अपर बाउंड एंड अपर बाउंड। समझ आया होगा। सेकंड अगर आप गल करिए सेकंड वन कि हो सकता ਤੁਹਾਡੀ ਜਿਹੜੀ ਅਪਰ ਬਾਉਂਡ ਹੈ, ਲੀਸਟ ਅਪਰ ਬਾਉਂਡ ਜਾਂ ਗ੍ਰੇਟੈਸਟ ਲੋਅਰ ਬਾਉਂਡ, ਸੁਪਰੀਮੀਅਮ ਜਾਂ ਇਨਫੀਮੀਅਮ, ਹੋ ਸਕਦਾ ਉਹ ਸੈੱਟ ਦੇ ਵਿੱਚ ਬਿਲੋਂਗ ਕਰੇ, ਹੋ ਸਕਦਾ ਉਹ ਸੈੱਟ ਦੇ ਵਿੱਚ ਬਿਲੋਂਗ ਨਾ ਕਰੇ। ਸੋ ਇਹ ਵੀ ਇੱਕ ਅੱਛਾ ਖਾਸਾ ਆਪਣੇ ਕੋਲ ਕੀ ਬਣਦਾ ਹੈ, ਕੇਸ ਬਣਦਾ ਹੈ। ਬਹੁਤ ਸਾਰੇ ਇਦਾਂ ਦੀ ਐਗਜ਼ਾਮਪਲਸ ਨੇ ਜਿਹਦੇ ਵਿੱਚ ਲੋਅਰ ਬਾਉਂਡ ਤਾਂ ਹੈ ਬਟ ਉਹ ਕੀ ਕਰ ਰਹੀ ਹੈ, ਸੈੱਟ ਦੇ ਵਿੱਚ ਬਿਲੋਂਗ ਨਹੀਂ ਕਰ ਰਹੀ। ਐਗਜ਼ਾਮਪਲ ਮੈਂ ਤੁਹਾਨੂੰ ਦੱਸ ਦਿੰਦੀ ਹਾਂ। ਸੋ ਇਸ ਚੀਜ਼ ਦਾ ਧਿਆਨ ਰੱਖਣਾ ਹੈ ਕਿ ਲੀਸਟ ਅਪਰ ਬਾਉਂਡ ਜਾਂ ਗ੍ਰੇਟੈਸਟ ਲੋਅਰ ਬਾਉਂਡ may or may not belongs to set, may or may not belongs to set। मैम एक एग्जांपल दस दो तो पता लग जाऊगा, बिल्कुल दस देने हैं। may or may not belongs to set। ਹੁਣ ਦੇਖੋ ਇਹਦੇ ਵਿੱਚ ਐਗਜ਼ਾਮਪਲ ਕਿਹੜੀ ਲੈ ਕੇ ਚੱਲੀਏ ਜੀ ਆਪਾਂ, ਲੋ ਜੀ ਆਪਾਂ ਐਗਜ਼ਾਮਪਲ ਲੈ ਲੈਂਦੇ ਆ। ਮੈਂ ਮੰਨ ਲਓ ਮੈਨੂੰ ਐਗਜ਼ਾਮਪਲ ਦਿੱਤੀ ਹੋਈ ਹੈ 1/n ਦੀ।
1 ਬਾਈ n ਦਾ ਮਤਲਬ ਕੀ ਹੈ? n ਬਿਲੋਂਗ ਕਰਦਾ ਨੈਚੁਰਲ ਨੰਬਰਸ ਦੇ ਵਿੱਚੋਂ, ਠੀਕ ਹੈ। ਤਾਂ ਮੈंने ਜਦੋਂ ਇਹਦਾ ਸੈੱਟ ਬਣਾਇਆ ਤਾਂ ਪਹਿਲੀ ਗੱਲ ਤਾਂ 1 ਬਣ ਗਿਆ, 1 ਬਾਈ 1, 1 ਬਾਈ 2, ठीक है, 1 बाय 3, 1 बाय 4, 1 बाय 5 एंड अप टू सो ऑन देयर आर लार्ज मैनी नंबर्स। ਹੁਣ ਤੁਸੀਂ ਆਪ ਸੋਚ ਕੇ ਦੇਖੋ, ਇਹ ਮੇਰੇ ਕੋਲ 1 ਹੈ, ਇਹ ਮੇਰੇ ਕੋਲ 0.5 ਹੈ, ਇਹ ਮੇਰੇ ਕੋਲ 0.2 ਹੈ। ਜਦੋਂ ਮੈਂ 1.110 ਲਿਖੂੰਗੀ 0.1 ਆ ਜਾਊਗਾ, ਜਦੋਂ ਮੈਂ 1 ਬਾਈ 100 ਲਿਖੂੰਗੀ 0.01 ਆ ਜਾਊਗਾ। ਮਤਲਬ ਇਹ ਨੰਬਰ ਕਿਹਨੂੰ ਅਪਰੋਚ ਕਰ ਰਿਹਾ ਮੈਨੂੰ ਪਤਾ ਹੈ, ਇੱਕ ਪੁਆਇੰਟ ਤੇ ਜਾ ਕੇ। ਵੈਸੇ ਤਾਂ ਇਹ ਚ ਇਨਫਿਨਾਈਟ ਮੈਨੀ ਨੰਬਰ ਆਣਗੇ, ਤੁਸੀਂ ਇਸ ਸੈੱਟ ਨੂੰ ਰੋਕ ਨਹੀਂ ਸਕਦੇ। ਤੁਸੀਂ ਆਪ ਸੋਚ ਕੇ ਦੇਖੋ, ਕਿਉਂਕਿ ਤੁਸੀਂ ਇਸ ਸੈੱਟ ਨੂੰ ਰੋਕ ਸਕਦੇ, ਤੁਸੀਂ ਕਹੋਗੇ ਮੈਮ 1 ਬਾਈ 1 ਲੱਖ ਆ ਗਿਆ, 1 ਮਿਲੀਅਨ ਆ ਗਿਆ, 10 ਮਿਲੀਅਨ ਆ ਗਿਆ, 100 ਮਿਲੀਅਨ ਆ ਗਿਆ, ਕਰੋੜ ਆ ਗਿਆ, ਇਹ ਆ ਗਿਆ, ਉਹ ਆ ਗਿਆ। ਬਟ ਤੁਸੀਂ ਇਸ ਨੰਬਰ ਨੂੰ ਨਹੀਂ ਰੋਕ ਸਕਦੇ। ਤੁਸੀਂ ਇਸ ਦੇ ਵਿੱਚ ਪੁੱਟ ਕਰੀ ਜਾਓਗੇ ਵੈਲਿਊਜ਼, ਤੁਹਾਡੇ ਕੋਲ ਆ ਜਾਊਗਾ 0.0000 ਐਂਡ ਇਨਫਿਨਾਈਟ ਮੈਨੀ ਜ਼ੀਰੋਸ ਤੋਂ ਬਾਅਦ 1। ਕੀ ਕਰੋਗੇ ਫਿਰ? ਪਤਾ ਹੈ ਨਾ, ਇੱਕ ਪੁਆਇੰਟ ਤੇ ਜਾ ਕੇ ਆਪਾਂ ਨੂੰ ਇਹ ਚੀਜ਼ ਪਤਾ ਹੈ ਕਿ ਇੱਕ ਪੁਆਇੰਟ ਤੇ ਜਾ ਕੇ ਇਹਨੇ ਜ਼ੀਰੋ ਬਣ ਹੀ ਜਾਣਾ ਹੈ। ਸੋ ਇਹਦੇ ਵਿੱਚ ਜਿਹੜੀ ਉਹ ਬਾਉਂਡ ਹੈ, ਜਿਹੜੀ ਪਤਾ ਹੈ ਵੀ ਹਾਂ ਇੱਕ ਪੁਆਇੰਟ ਤੱਕ ਜ਼ੀਰੋ ਆਂਸਰ ਆ ਜਾਊਗਾ, ਉਹ ਜ਼ੀਰੋ ਬਾਉਂਡ ਇਸ ਸੈੱਟ ਦੇ ਵਿੱਚ ਬਿਲੋਂਗ ਨਹੀਂ ਕਰਦੀ। ਬਟ ਇਹਦੀ ਲੋਅਰ ਬਾਉਂਡ ਤਾਂ ਹੈ, लोअर बाउंड है 0 बट ਇਹ ਉਹਦੇ ਵਿੱਚ ਬਿਲੋਂਗ ਨਹੀਂ ਕਰਦੀ। ਸੋ ਦਿਸ ਇਜ਼ ਅ ਬਿਗੇਸਟ ਔਰ ਇੰਪੋਰਟੈਂਟ ਐਗਜ਼ਾਮਪਲ, ਬਹੁਤ ਵਾਰ ਪੇਪਰ ਦੇ ਵਿੱਚ ਆਈ ਹੋਈ ਐਗਜ਼ਾਮਪਲ ਹੈ, ਠੀਕ ਹੈ। ਫਿਰ ਅਸੀਂ ਫਾਈਂਡ ਕਿਵੇਂ ਕਰਿਆ ਕਰੀਏ, ਉਹ ਵੀ ਤੁਹਾਨੂੰ ਦੱਸ ਦਾਂਗੇ ਕਿ ਅਸੀਂ ਫਾਈਂਡ ਕਿਵੇਂ ਕਰਨੀ ਹੈ, ਠੀਕ ਹੈ ਜੀ। ਕਲੀਅਰ ਹੋਇਆ ਐਗਜ਼ਾਮਪਲ ਦੇ ਨਾਲ? ਸੋ ਤੁਹਾਡੀ ਜਿਹੜੀ ਲੋਅਰ ਬਾਉਂਡ ਜਾਂ ਅਪਰ ਬਾਉਂਡ ਹੈ, ਉਹ ਬਹੁਤ ਸਾਰੇ ਐਵੇਂ ਦੇ ਕੇਸਿਸ ਹੋਣਗੇ, ਸ਼ਾਇਦ ਤੁਹਾਡੇ ਸੈੱਟ ਦੇ ਵਿੱਚ ਬਿਲੋਂਗ ਨਾ ਕਰੇ, ਬਟ ਸ਼ਾਇਦ ਸੈੱਟ ਦੇ ਵਿੱਚ ਬਿਲੋਂਗ ਕਰ ਜਾਏ, ठीक है। तो मे और मे नोट वाला केस है। चलो लेट्स कंटिन्यू विद द थर्ड रिजल्ट। थर्ड रिजल्ट मेरे को की है कि जेकर आप गल कर रहे हैं सैट दे विच अपर बाउंड है, मैं तुहानू कह रही हूं कि मेरे को एक सैट है और इस सैट दे विच की है अपर बाउंड है और लोअर बाउंड है, ठीक है। अपर बाउंड का केस की होगा? अपर बाउंड कहता है भी जेकर तुहाडे कोल अपर बाउंड है तो 110% तुहाडे कोल लीस्ट अपर बाउंड भी होगी, क्योंकि जेकर अपर बाउंड है तो ਉਹਦੇ ਵਿੱਚੋਂ ਕੋਈ ਨਾ ਕੋਈ ਨੰਬਰ, ਤੁਹਾਡੇ ਕੋਲ ਅਪਰ ਬਾउंड ਨੇ, ਇਨਫਿਨਾਈਟ ਮੈਨੀ ਅਪਰ ਬਾउंड्स ਨੇ, ਤੇ ਉਹਦੇ ਵਿੱਚੋਂ ਕੋਈ ਇੱਕ ਨੰਬਰ ਤਾਂ 100% ਹੈ ਨਾ ਵੀ ਯੂਨੀਕ ਹੋਊਗਾ ਹੀ ਹੋਊਗਾ, ਛੋਟਾ ਹੋਊਗਾ ਹੀ ਹੋਊਗਾ, ਤਾਂ ਉਹਦੇ ਵਿੱਚ ਲੀਸਟ ਅਪਰ ਬਾउंड ਵੀ ਹੋਊਗੀ ਹੀ ਹੋਊਗੀ। ਸਿਮਿਲਰਲੀ ਜੇਕਰ ਤੁਹਾਡੇ ਸੈੱਟ ਦੇ ਵਿੱਚ ਲੀਸਟ ਲੋਅਰ ਬਾउंड ਹੈਗੀ ਹੈ ਤਾਂ ਉਸ ਦੇ ਵਿੱਚ ਗ੍ਰੇਟੈਸਟ ਲੋਅਰ ਬਾउंड ਵੀ 110% ਹੋਊਗੀ ਹੀ ਹੋਊਗੀ। ਇਹ ਪੱਕਾ ਪੱਕਾ ਰਿਜ਼ਲਟ ਹੈ। ਐਵੇਂ ਨਹੀਂ ਹੁੰਦਾ ਕਿ ਅਪਰ ਬਾउंड्स ਹੈਗੀਆਂ ਬਟ ਲੀਸਟ ਅਪਰ ਬਾउंड ਹੈਗੀ, ਨੋ ਦੈਟ ਇਜ਼ ਨਾਟ ਪੋਸੀਬਲ, ਠੀਕ ਹੈ ਜੀ। ਕਲੀਅਰ ਹੈ? ਹੁਣ ਜੇਕਰ फोर्थ वन की गल कर लीए, फोर्थ वन जेकर मैं ਤੁਹਾਨੂੰ ਕਿਹਾ ਵੀ ਮੋਸਟ ਪ੍ਰੋਬੇਬਲੀ ਜਿਹੜੀ ਐਗਜ਼ਾਮਪਲ ਆਉਂਦੀ ਹੈ ਦੈਟ ਇਜ਼ 1 ਬਾਈ n ਔਰ ਉਹਦੇ ਵਿੱਚ ਨਹੀਂ ਵੀ ਬਿਲੋਂਗ ਕਰਦਾ, ਬਟ ਅਗਰ ਬਿਲੋਂਗ ਕਰ ਜਾਂਦਾ ਹੈ ਤਾਂ ਅਗਰ ਤੁਸੀਂ ਕਹਿ ਰਹੇ ਹੋ ਕਿ ਮੇਰਾ ਜਿਹੜਾ ਗ੍ਰੇਟੈਸਟ ਲੋਅਰ ਬਾਉਂਡ ਹੈ ਉਹ ਜਾਂ ਫਿਰ ਲੀਸਟ ਅਪਰ ਬਾਉਂਡ ਹੈ ਉਹ ਮੇਰਾ ਬਿਲੋਂਗ ਕਰ ਰਿਹਾ, ਲੀਸਟ ਅਪਰ ਬਾਉਂਡ ਮੈਂ ਵੀ ਕੀ ਲਿਖ ਰਹੀ ਹਾਂ, ਲੀਸਟ ਅਪਰ ਬਾਉਂਡ ਉਹ ਕੀ ਕਰ ਰਿਹਾ ਸੈੱਟ ਦੇ ਵਿੱਚੋਂ ਬਿਲੋਂਗ ਕਰ ਰਿਹਾ, ਸੌਰੀ हाँ जी। तो ग्रेटेस्ट लोअर बाउंड है, ये लीस्ट अपर बाउंड है। हाँ जी। तो ग्रेटेस्ट लोअर बाउंड अगर सैट दे विच बिलोंग कर रहे हैं तो यह मेरे को की होगा, इट इज नोन एज मिनिमल एलिमेंट। और जेकर ग्रेट लीस्ट अपर बाउंड बिलोंग कर रहे इट इज नोन एज मैक्सिमल एलिमेंट, क्योंकि मैक्सिमल होगा, ठीक है, और मिनिमल होगा। समझ रहे हो ना तुसी? सॉरी, ग्रेटेस्ट लोअर बाउंड लीस्ट अपर बाउंड, हाँ क्लियर हुआ? ठीक है जी। मैक्सिमल एलिमेंट ते मिनिमल एलिमेंट, क्लियर है? अगर बिलोंग नहीं करता, अगर तुसी कह रहे हो कि मेरा तो ग्रेटेस्ट लोअर बाउंड बिलोंग ही नहीं करता तो तुसी कहोगे कि उसदे विच कोई मैक्सिमल एलिमेंट नहीं हैगा ਜਾਂ कोई मिनिमल एलिमेंट नहीं हैगा। अगर ਤੁਹਾਡੀ ग्रेटेस्ट लोअर बाउंड ਜਾਂ ਲੀਸਟ ਅਪਰ ਬਾउंड ਤੁਹਾਡੇ ਸੈੱਟ ਦੇ ਵਿੱਚ ਬਿਲੋਂਗ ਨਹੀਂ ਕਰਦੀ, ਤੁਸੀਂ ਆਪ ਸੋਚ ਕੇ ਦੇਖੋ ਕਿ ਜਦੋਂ ਬਿਲੋਂਗ ਹੀ ਨਹੀਂ ਕਰਦੀ ਤਾਂ ਫਿਰ ਉਹ ਐਲੀਮੈਂਟ ਕਿਵੇਂ ਹੋ ਜਾਊਗਾ ਮੈਕਸਿਮਲ ਜਾਂ ਮਿਨੀਮਲ, ਕਿਉਂਕਿ ਉਹ ਹੈ ਹੀ ਨਹੀਂ ਸੈੱਟ ਦੇ ਵਿੱਚ, ਔਰ ਸੈੱਟ ਦੇ ਵਿੱਚ ਨਹੀਂ ਹੈਗਾ ਤਾਂ ਆਪਾਂ ਕਵਾਂਗੇ ਕਿ ਮੈਕਸਿਮਲ ਜਾਂ ਮਿਨੀਮਲ ਐਲੀਮੈਂਟ ਵੀ ਨਹੀਂ ਹੈਗਾ। क्लियर, सिंपल, सौखा। चलो उम्मीद करती हाँ ये चीज़ां समझ आईयां होणगियां। अगर समझ आ गई तो आप अगे कंटिन्यू करते हैं, ठीक है। नहीं समझ आई तो इसमें दोबारा देख लो। मैं बहुत तुसीं यकीन नहीं मनोगे, करंटली 12 बजे हुए ने और मैं तुहाडे लई क्लासेस रिकॉर्ड कर रही हाँ। ये मैं तां दस रही हाँ ताकि तुसीं थोड़ा बहुत लाइक शेयर कर दो तो मैनूं भी थोड़ी जी मोटिवेशन मिले। रिकॉर्ड कर रही हाँ क्लास तुहाडे वास्ते, क्योंकि आफ्टर दैट 2 दिन मैं घर जाना है, सैटरडे एंड संडे, ਤੇ उस एरिए ਦੇ ਵਿੱਚ ਜਿੱਥੇ ਮੈਂ ਰਹਿੰਦੀ ਆ ਨੈਟ ਨੋਟ ਸਾਰਾ ਕੁਝ ਬੰਦ ਹੈ, ਕੁਝ ਵੀ ਉੱਥੇ ਨਹੀਂ ਚੱਲ ਰਿਹਾ। ਸੋ मैंने ਸੋਚਿਆ ਇੱਥੇ ਸਾਰਾ ਕੁਝ ਕੰਪਲੀਟ ਕਰਕੇ 2 ਦਿਨ ਦੀਆਂ ਵੀਡੀਓਜ਼ ਵਗੈਰਾ ਬਣਾ ਕੇ ਅੱਛਾ ਖਾਸਾ ਤੁਹਾਡੇ ਨਾਲ ਅਪਲੋਡ ਕਰਕੇ ਫਿਰ ਹੀ ਅੱਗੇ ਆਪਾਂ ਮੰਡੇ ਮਿਲਾਂਗੇ, ਠੀਕ ਹੈ। ਤਾਂ ਉਮੀਦ ਕਰਦੀ ਹਾਂ ਤੁਸੀਂ ਵੀ ਥੋੜਾ ਬਹੁਤ
इन्ना तो नहीं, इन्ना ज्यादा नहीं तो थोड़ा जा ही सही शेयर मैक्सिमम कर दियो ताकि मैनू मोटिवेशन मिले। ठीक है, और मैं गप नहीं मारिया, ये सच्ची कह रही हूँ। ठीक है जी, चलो अगला टॉपिक करते हैं विच इज काउंटेबल एंड अनकाउंटेबल। काउंटेबल सेट, ਕਾਊਂਟੇਬਲ ਸੈੱਟ ਹੁਣ ਇਹ ਬਹੁਤ ਇੰਪੋਰਟੈਂਟ ਹੈ ਕਿਉਂਕਿ ਇਹਦੇ ਵਿੱਚੋਂ ਅੱਛੇ ਖਾਸੇ ਕੁਐਸਚਨਸ ਆਉਂਦੇ ਆ ਕਾਊਂਟੇਬਲ ਸੈੱਟ ਦੇ ਵਿੱਚੋਂ। ਕਾਊਂਟੇਬਲ ਸੈੱਟ ਦੇ ਵਿੱਚੋਂ ਕੁਐਸਚਨਸ ਕਿਉਂ ਆਉਂਦੇ ਆ, ਤੁਸੀਂ ਕਿਤੇ ਵੀ ਦੇਖਿਆ ਹੋਊਗਾ ਬਹੁਤ ਕੁਐਸਚਨਸ ਇਹੋ ਜਿਹੇ ਹੁੰਦੇ ਆ ਵੀ ਕਿਹੜਾ ਸੈੱਟ ਕਾਊਂਟੇਬਲ ਹੋਊਗਾ ਜਾਂ ਕਿਹੜਾ ਸੈੱਟ ਕਾਊਂਟੇਬਲ ਨਹੀਂ ਹੋਊਗਾ। ਕਾਊਂਟੇਬਲ ਸਮਝਣ ਤੋਂ ਪਹਿਲਾਂ ਇਨਬਰੇਬਲ ਸਮਝਣਾ ਜ਼ਰੂਰੀ ਹੈ। ਜਦੋਂ ਤੁਸੀਂ ਗੱਲ ਕਰਦੇ ਹੋ ਸਿੰਪਲ ਵਰਡਸ ਦੇ ਵਿੱਚ, ਜਦੋਂ ਤੁਸੀਂ ਮੈਪਿੰਗ ਕਰ ਪਾ ਰਹੇ ਹੋ ਨੈਚੁਰਲ ਨੰਬਰਸ ਦੇ ਨਾਲ, ਤਾਂ ਉਹ ਮੇਰੇ ਕੋਲ ਕੀ ਹੋਊਗਾ, ਕਾਊਂਟੇਬਲ ਹੋਊਗਾ। ਔਰ ਅਗਰ ਤੁਸੀਂ ਨਹੀਂ ਮੈਪਿੰਗ ਕਰ ਪਾ ਰਹੇ ਤਾਂ ਉਹ ਅਨਕਾਊਂਟੇਬਲ ਹੋਊਗਾ। ਦੇਖੋ ਸਿੰਪਲ, ਜੇਕਰ ਤੁਹਾਨੂੰ ਕੋਈ ਪੈਟਰਨ ਸਮਝ ਆ ਰਿਹਾ, ਹੁਣ ਮੈਂ ਤੁਹਾਡੇ ਸਾਹਮਣੇ ਇੱਕ ਸੈੱਟ ਲਿਖਦਾ ਦੈਟ ਇਜ਼ 1 2 3 4 ਐਂਡ ਅਪ ਟੂ ਸੋ ਔਨ। ਹੁਣ ਸਭ ਨੂੰ ਪਤਾ ਹੈ ਕਿ 4 ਤੋਂ ਬਾਅਦ ਕੀ ਆਊਗਾ, 5 ਆਊਗਾ, 5 ਤੋਂ ਬਾਅਦ ਕੀ ਆਊਗਾ, 6 ਆਊਗਾ। ਅੱਛਾ ਜੇਕਰ ਮੈਂ ਵਿੱਚ ਵੀ ਚਲੋ ਕੋਈ ਨੰਬਰ ਲਿਖਣਾ 100, ਤਾਂ ਤੁਸੀਂ ਕਹੋਗੇ ਮੈਮ ਅਗਲਾ 101 ਆਊਗਾ। एवरीवन ਨੋਜ਼ ਦ ਪੈਟਰਨ, ਕਿਉਂਕਿ ਇਹਦੇ ਵਿੱਚ ਇੱਕ ਅੱਛਾ ਖਾਸਾ ਪੈਟਰਨ ਹੈ ਜੋ ਫੋਲੋ ਹੋ ਰਿਹਾ ਔਰ ਤੁਸੀਂ ਦੇਖ ਪਾ ਰਹੇ ਹੋ। ਔਰ ਇਹਨੂੰ ਤੁਸੀਂ ਅਗਰ ਮੈਪਿੰਗ ਕਰਨ ਲੱਗ ਜਾਂਦੇ ਹੋ ਨੈਚੁਰਲ ਨੰਬਰ ਦੇ ਨਾਲ ਤਾਂ ਅੱਛੀ ਖਾਸੀ ਮੈਪਿੰਗ ਵੀ ਹੋ ਰਹੀ ਹੈ। ਤੇ ਇਹ ਜਿਹੜਾ ਸੈੱਟ ਹੈ ਦੇਖਣ ਦੇ ਵਿੱਚ ਇਨਫਿਨਾਈਟ ਹੈ, ਇਹਨੂੰ ਤੁਸੀਂ ਇਨਫਿਨਾਈਟ ਸੈੱਟ ਕਹੋਗੇ, ਪਰ ਇਹ ਜਿਹੜਾ ਸੈੱਟ ਹੈ ਉਹ ਇਨਫਿਨਾਈਟ ਦੇ ਨਾਲ ਨਾਲ ਕਾਊਂਟੇਬਲ ਸੈੱਟ ਹੈ। ਦਿਸ ਇਜ਼ ਅ ਕਾਊਂਟੇਬਲ ਸੈੱਟ। ਸਮਝ ਆਇਆ, ਜਿਸ ਦੀ ਮੈਪਿੰਗ ਹੋ ਪਾ ਰਹੀ ਹੈ ਨੈਚੁਰਲ ਨੰਬਰ ਦੇ ਵਿੱਚ, ਜਿਸ ਦੀ ਅੱਛੀ ਖਾਸੀ ਸੀਰੀਜ਼ ਜਾਂ ਪੈਟਰਨ ਤੁਹਾਨੂੰ ਸਮਝ ਆ ਰਿਹਾ ਹੈ, ਤੁਸੀਂ ਕਹਿ ਪਾ ਰਹੇ ਹੋ ਵੀ ਇਸ ਤੋਂ ਅਗਲਾ ਐਲੀਮੈਂਟ ਇਹ ਹੋਊਗਾ। ਹੁਣ ਤੁਸੀਂ ਇੱਕ ਹੋਰ ਐਗਜ਼ਾਮਪਲ ਲੈ ਲਓ ਲਾਈਕ 1 4 9 16 25 ਐਂਡ ਅਪ ਟੂ ਸੋ ਔਨ। ਹੁਣ ਇਸ ਸੈੱਟ ਦੇ ਵਿੱਚ ਕੀ ਹੋ ਰਿਹਾ ਹੈ, ਇਸ ਸੈੱਟ ਦੇ ਵਿੱਚ 1 4 9 6 25 36 ਆਊਗਾ ਜੀ। 36 ਤੋਂ ਬਾਅਦ 49 ਆਊਗਾ, 49 ਤੋਂ ਬਾਅਦ ਬੋਲੋ 64 ਆਊਗਾ, 81 ਆਊਗਾ, 100 ਆਊਗਾ। एवरीवन ਨੋਜ਼ ਦਾ ਪੈਟਰਨ ਕਿ ਇਹਦੇ ਵਿੱਚ ਇੱਕ ਪੈਟਰਨ ਫੋਲੋ ਹੋ ਰਿਹਾ ਹੈ। ਔਰ ਜਿਸ ਦੇ ਵਿੱਚ ਪੈਟਰਨ ਫੋਲੋ ਹੋ ਰਿਹਾ, ਕਿਉਂਕਿ ਇੱਕ ਪੁਆਇੰਟ ਤੇ ਆ ਕੇ ਜੇਕਰ ਤੁਸੀਂ ਕਨਫਿਊਜ਼ ਹੋ ਜਾਂਦੇ ਹੋ ਵੀ ਨੈਚੁਰਲ ਨੰਬਰ ਨਾਲ ਮੈਪਿੰਗ ਹੁੰਦੀ ਹੈ ਜਾਂ ਨਹੀਂ ਹੁੰਦੀ, ਤਾਂ ਉਹਨੂੰ ਸਿੰਪਲ ਵਰਡਸ ਦੇ ਵਿੱਚ ਐਕਸਪਲੇਨ ਕਰਨ ਦਾ ਮਤਲਬ ਇਹ ਹੈ ਵੀ ਪੈਟਰਨ ਫੋਲੋ ਹੋ ਰਿਹਾ ਜਾਂ ਨਹੀਂ, ਸਮਝ ਆ ਰਿਹਾ ਜਾਂ ਨਹੀਂ। ਤਾਂ ਉੱਥੇ ਤੁਸੀਂ ਕਹੋਗੇ ਹਾਂਜੀ ਇਹ ਦੇਖਣ ਚ ਇਨਫਿਨਾਈਟ ਹੈ, ਇਹ ਇਨਫਿਨਾਈਟ ਸੈੱਟ ਹੈ, ਮੈਂ ਇਹ ਨਹੀਂ ਕਹਿੰਦੀ, ਬਟ ਇਹ ਕੀ ਹੈ, ਕਾਊਂਟੇਬਲ ਸੈੱਟ ਹੈ। ਤਾਂ ਇਸ ਚੀਜ਼ ਦਾ ਧਿਆਨ ਰੱਖਣਾ ਹੈ, देयर इज अ डिफरेंस बिटवीन द काउंटेबल सेट, ਕਾਊਂਟੇਬਲ ਸੈੱਟ ਐਂਡ ਅਨਕਾਊਂਟੇਬਲ ਸੈੱਟ। ਜਿਹਦੇ ਵਿੱਚ ਤੁਸੀਂ ਕਹੋਗੇ ਮੈਨੂੰ ਤਾਂ ਸਮਝ ਹੀ ਨਹੀਂ ਆ ਰਿਹਾ ਕਿ ਕਿਹੜਾ ਪੈਟਰਨ ਚੱਲ ਰਿਹਾ, ਕੀ ਚੱਲ ਰਿਹਾ। ਹੁਣ ਮੈਂ ਤੁਹਾਡੇ ਸਾਹਮਣੇ ਇੱਕ ਇੰਟਰਵਲ ਲਿਖਦਾ ਦੈਟ ਇਜ਼ 1 ਐਂਡ 2। ਹੁਣ ਮੈਂ ਤੁਹਾਨੂੰ ਕਹਿ ਰਹੀ ਹਾਂ ਕਿ x ਜਿਹੜਾ ਹੈ ਉਹ ਰੀਅਲ ਨੰਬਰ ਚ ਬਿਲੋਂਗ ਕਰਦਾ ਔਰ x ਦੀ ਵੈਲਿਊ ਇਹਦੇ ਵਿੱਚ ਹੋਊਗੀ। ਹੁਣ ਜੇਕਰ ਤੁਸੀਂ ਨੰਬਰ ਲਾਈਨ ਤੇ 1 ਤੇ 2 ਨੂੰ ਰਿਪਰੈਜ਼ੈਂਟ ਕਰਨ ਲੱਗ ਜਾਓ, ਤੁਸੀਂ ਕੀ ਕੀ ਰਿਪਰੈਜ਼ੈਂਟ ਕਰੋਗੇ, ਤੁਹਾਡੇ ਕੋਲ ਇਹਨਾਂ ਦੋਨਾਂ ਦੇ ਵਿੱਚ ਵੀ ਇਨਫਿਨਾਈਟ ਮੈਨੀ ਨੰਬਰਸ ਨੇ, ਤੁਹਾਡੇ ਕੋਲ ਇਹਨਾਂ ਦੋਨਾਂ ਦੇ ਵਿੱਚ ਵੀ ਇਨਫਿਨਾਈਟ ਮੈਨੀ ਨੰਬਰਸ ਨੇ। ਹੁਣ 1 ਤੋਂ ਬਾਅਦ ਤੁਸੀਂ 1.1 ਲਿਖਣਾ ਹੈ, ਜੋ 1.001 ਲਿਖਣਾ ਹੈ, ਜੋ 1.001 ਲਿਖਣਾ ਹੈ, ਜੋ 1.0000001 ਲਿਖਣਾ ਹੈ, ਯੂ ਨੋ ਨਥਿੰਗ ਅਬਾਊਟ ਇਟ। ਕਿਉਂਕਿ ਅਗਰ ਮੈਂ ਕਹਾਂ ਕਿ 1 ਤੋਂ ਲੈ ਕੇ 1.1 ਦੇ ਵਿੱਚ ਵੀ ਇਨਫਿਨਾਈਟ ਮੈਨੀ ਨੰਬਰਸ ਨੇ, देयर इज नो पैटर्न, ਤੁਹਾਨੂੰ ਨਹੀਂ ਪਤਾ, ਤਾਂ ਜਿਹੜਾ ਇਹ ਤੁਹਾਨੂੰ ਇੰਟਰਵਲ ਨਜ਼ਰ ਆ ਰਿਹਾ ਬਹੁਤ ਛੋਟਾ ਜਿਹਾ, ਜਿਹਦੇ ਵਿੱਚ ਐ ਲੱਗਦਾ ਵੀ 1 ਤੋਂ 2 ਤੱਕ ਕੀ ਹੀ ਹੋਊਗਾ ਮੈਡਮ, ਤਾਂ ਉਹਦੇ ਵਿੱਚ ਇਨਫਿਨਾਈਟ ਮੈਨੀ ਨੰਬਰਸ ਨੇ ਜੀ, ਇਹ ਅਨਕਾਊਂਟੇਬਲ ਹੈ। ਦਿਸ ਇਜ਼ ਅਨਕਾਊਂਟੇਬਲ, ਯੂ ਨੋ ਨਥਿੰਗ ਅਬਾਊਟ ਇਟ, ਕਿਉਂਕਿ ਇਹਦੇ ਵਿੱਚ ਕੋਈ ਪੈਟਰਨ ਨਹੀਂ ਹੈਗਾ। ਸਮਝ ਆਇਆ, ਸਮਝ ਆਇਆ ਜਾਂ ਨਹੀਂ ਆਇਆ। ਕਿਉਂਕਿ ਜੇਕਰ ਮੈਂ ਤੁਹਾਨੂੰ ਗਿਣਤੀ ਲਿਖਣ ਨੂੰ ਕਹਿੰਦਾ, ਤੁਹਾਡੇ ਵਿੱਚੋਂ ਇੱਕ ਸਾਥੀ ਲਿਖੇਗਾ ਇਹ ਤੇ ਦੂਸਰਾ ਸਾਥੀ ਇਹ ਲਿਖ ਦੇਗਾ, ਤੀਸਰਾ ਇਹ, फोर्थ ए लिखेगा, और बहुत ही तरह हमें लिखेंगे कि लाइक 1.001 1.002 और ਜਿਹੜੇ ਬਾਕੀ ਨੰਬਰਸ ਰਹਿ ਗਏ ਉਹਨਾਂ ਦਾ ਕੀ, ਇਹਨਾਂ ਦੋਨਾਂ ਦੇ ਵਿੱਚ ਜਿਹੜੇ ਇਨਫਿਨਾਈਟ ਮੈਨੀ ਨੰਬਰਸ ਨੇ ਉਹਨਾਂ ਦਾ ਕੀ, ਸਮਝ ਆਇਆ। ਤਾਂ ਇਹ ਅਨਕਾਊਂਟੇਬਲ ਹੈ। ਤੇ देयर इज अ डिफरेंस बिटवीन द काउंटेबल एंड अनकाउंटेबल, ਜੋ ਕਿ ਸਮਝਣਾ ਜ਼ਰੂਰੀ ਹੈ। ਸੋ ਜੇਕਰ ਮੈਂ ਤੁਹਾਨੂੰ ਡੈਫੀਨੇਸ਼ਨ ਦੇ ਅਕੋਰਡਿੰਗ ਦੱਸਾਂ ਤਾਂ ਆਪਾਂ ਗੱਲ ਕਰ ਲੈਣੇ ਇਨਬਰੇਬਲ ਦੀ। ਹੁਣ ਇਹਨੂੰ ਐਕਸਪਲੇਨ ਕਰਨ ਦੀ ਜ਼ਰੂਰਤ ਨਹੀਂ ਹੈ, ਇਹ ਉਹੀ ਸੈੱਟ ਹੈ ਜੋ ਮੈਂ ਤੁਹਾਨੂੰ ਇਹ ਕਹਿ ਕੇ ਸਮਝਾਇਆ ਵੀ ਤੁਹਾਡੇ ਕੋਲ ਕੀ ਹੋਣੀ ਚਾਹੀਦੀ ਹੈ, ਮੈਪਿੰਗ ਹੋਣੀ ਚਾਹੀਦੀ ਹੈ ਨੈਚੁਰਲ ਨੰਬਰਸ ਦੇ ਨਾਲ। ਠੀਕ ਹੈ, ਅ ਸੈਟ S ਇਨਬਰੇਬਲ if it is equivalent to natural numbers। ਗੱਲ ਉਹੀ ਆ ਗਈ।
ठीक है। ਹੁਣ ਤੁਸੀਂ ਇਸ ਨੂੰ ਹੋਰ ਕਿਹੜੇ ਨਾਮ ਨਾਲ ਜਾਣਦੇ ਹੋ? ਇਸ ਨੂੰ ਤੁਸੀਂ ਇਹ ਵੀ ਕਹਿ ਸਕਦੇ ਹੋ ਕਾਊਂਟੇਬਲੀ ਇਨਫਿਨਾਈਟ, ਕਿਉਂਕਿ ਬਹੁਤੇ ਸਾਥੀ ਕਹਿਣਗੇ ਮੈਮ ਜੀ ਇਹ ਤਾਂ ਇਨਫਿਨਾਈਟ ਹੈ, ਹਾਂ ਜੀ ਇਹ ਇਨਫਿਨਾਈਟ ਹੈ, ਇਹ ਕਾਊਂਟੇਬਲੀ ਇਨਫਿਨਾਈਟ ਹੈ। ਤੁਸੀਂ ਹੁਣ ਪ੍ਰੀਵੀਅਸ ਐਗਜ਼ਾਮਪਲਸ ਦੇਖੋ, ਥੀਸ ਆਰ ਇਨਫਿਨਾਈਟ ਨੰਬਰਸ, ਮੈਂ ਇਸ ਚੀਜ਼ ਨੂੰ ਮਨਾ ਨਹੀਂ ਕਰਦੀ, ਬਟ ਇਹ ਕਾਊਂਟੇਬਲ ਨੇ, ਇਹ ਕਾਊਂਟੇਬਲੀ ਇਨਫਿਨਾਈਟ ਨੇ। ਠੀਕ ਹੈ, ਕਲੀਅਰ ਹੈ। ਨੈਕਸਟ ਅਗਰ ਆਪਾਂ ਗੱਲ ਕਰੀਏ ਜਾਂ ਫਿਰ ਡਿਨੰਬਰੇਬਲ, ਦੋਨਾਂ ਚ ਕੋਈ ਮਰਜ਼ੀ ਨਾਮ ਲੈ ਲਓ, ਫਰਕ ਨਹੀਂ ਪੈਂਦਾ। ਠੀਕ ਹੈ, ਹੁਣ ਅੱਗੇ ਅਗਰ ਆਪਾਂ ਗੱਲ ਕਰੀਏ व्हाट डू यू मीन बाय द काउंटेबल। ਹੁਣ ਮੈਮ ਕਾਊਂਟੇਬਲ ਵੀ ਦੱਸ ਦੋ, ਸਮਝ ਤਾਂ ਸਾਨੂੰ ਆ ਗਿਆ ਵੈਸੇ, ਬਟ ਫਿਰ ਵੀ ਇੱਕ ਵਾਰੀ ਕਲੀਅਰ ਕਰ ਦੋ। ਤਾਂ ਕਾਊਂਟੇਬਲ ਸੈੱਟ ਕਿਹੜੇ ਹੁੰਦੇ ਨੇ? ਜਿਹੜੇ ਜਾਂ ਤਾਂ ਫਿਨਾਈਟ ਹੋਣਗੇ। ਹੁਣ ਫਿਨਾਈਟ ਸੈੱਟ ਤਾਂ ਕਾਊਂਟੇਬਲ ਹੈਗੇ ਹੀ ਨੇ, ਇਹਦੇ ਵਿੱਚ ਤਾਂ ਕੋਈ ਡਾਊਟ ਹੀ ਨਹੀਂ। ਫਿਨਾਈਟ ਸੈੱਟ ਮੈਂ ਤੁਹਾਡੇ ਸਾਹਮਣੇ ਕੋਈ ਇੱਕ ਸੈੱਟ ਲਿਖਦਾ ਜਿਸ ਚ 5 ਐਲੀਮੈਂਟ ਨੇ, ਉਹ ਕਾਊਂਟੇਬਲ ਨਹੀਂ ਹੈਗੇ? ਹੈਗੇ ਨੇ, ਥੀਸ ਆਰ ਕਾਊਂਟੇਬਲ। ਠੀਕ ਹੈ, ਹੁਣ ਤੁਸੀਂ ਐ ਨਾ ਕਹੀਓ ਮੈਮ ਉਹਦੇ ਵਿੱਚ ਤਾਂ ਪੈਟਰਨ ਨਹੀਂ ਫੋਲੋ ਹੋ ਰਿਹਾ, ਗੱਲ ਉੱਥੇ ਆ ਰਹੀ ਹੈ ਜਿੱਥੇ ਤੁਹਾਨੂੰ ਇਨਫਿਨਾਈਟ ਸੀਰੀਜ਼ ਮਿਲ ਰਹੀ ਹੈ। ਇਹ ਮੈਂ ਚੀਜ਼ ਤੁਹਾਨੂੰ ਕਲੀਅਰ ਕਰਦਾ। ਹੁਣ ਬਹੁਤੇ ਸਾਥੀ ਇਹ ਨਾ ਕਹਿ ਦੇਣ ਕਿ ਮੈਡਮ ਇੱਥੇ ਤਾਂ ਤੁਸੀਂ ਬਿੰਗਾ ਟਿੰਗਾ ਚ ਲਿਖਤਾ, ਇਹਦੇ ਵਿੱਚ ਤਾਂ ਕੋਈ ਪੈਟਰਨ ਨਹੀਂ ਫੋਲੋ ਹੋ ਰਿਹਾ ਤਾਂ ਇਹ ਕਾਊਂਟੇਬਲ ਨਹੀਂ ਹੈਗਾ। ਨੋ, ਅ ਸੈਟ ਵਿਚ ਇਜ਼ ਫਿਨਾਈਟ ਤਾਂ ਕਾਊਂਟੇਬਲ ਹੈਗਾ ਹੀ ਹੈ। ਪੈਟਰਨ ਫੋਲੋ ਕਰਨ ਵਾਲੀ ਚੀਜ਼ ਕਿੱਥੇ ਆਪਾਂ ਚੈੱਕ ਕਰੀਏ? ਜਿੱਥੇ ਇਨਫਿਨਾਈਟ ਹੈ, ਕਿਉਂਕਿ ਇਨਫਿਨਾਈਟ ਦੇ ਵਿੱਚ ਆਪਾਂ ਨੂੰ ਇਹ ਚੈੱਕ ਕਰਨਾ ਪਊਗਾ ਕਿ ਉਹ ਕਾਊਂਟੇਬਲ ਹੈ ਜਾਂ ਨਹੀਂ। ਔਰ ਇਨਫਿਨਾਈਟ ਸੀਰੀਜ਼ ਜੇਕਰ ਅੱਛਾ ਖਾਸਾ ਪੈਟਰਨ ਫੋਲੋ ਕਰ ਰਹੀ ਹੈ, ਜੇਕਰ ਉਸਦੀ ਮੈਪਿੰਗ ਨੈਚੁਰਲ ਨੰਬਰ ਦੇ ਨਾਲ ਹੋ ਰਹੀ ਹੈ, ਤਾਂ ਉਹ ਕੀ ਹੋਊਗਾ? ਕਾਊਂਟੇਬਲ ਹੋਊਗਾ। ਫਿਨਾਈਟ ਸੈੱਟ ਤਾਂ ਸਾਰੇ ਹੀ ਕਾਊਂਟੇਬਲ ਨੇ। ਠੀਕ ਹੈ, ਕਲੀਅਰ ਹੋਇਆ। ਉਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ, ਜਾਂ ਇਹ ਫਿਨਾਈਟ ਹੋਏਗਾ ਜਾਂ ਇਹ ਇਨਨੰਬਰੇਬਲ ਹੋਏਗਾ, ਬਸ। ਠੀਕ ਹੈ, ਹੁਣ ਕਾਊਂਟੇਬਲ ਸੈੱਟ ਮੈਂ ਇੱਥੇ ਕਲੀਅਰ ਕਰਦਾ, ਇਹ ਫਿਨਾਈਟ ਵੀ ਹੋ ਸਕਦੇ ਨੇ ਔਰ ਇਹ ਇਨਫਿਨਾਈਟ ਵੀ ਹੋ ਸਕਦੇ ਨੇ। ਇਟ ਕੈਨ ਬੀ ਫਿਨਾਈਟ ਔਰ ਇਟ ਕੈਨ ਬੀ ਇਨਫਿਨਾਈਟ। ਠੀਕ ਹੈ ਜੀ, ਕਲੀਅਰ ਹੋਇਆ? ਯੈਸ ਔਰ ਨੋ? ਅਨਕਾਊਂਟੇਬਲ ਸੈੱਟ ਕਿਹੜੇ ਹੁੰਦੇ ਨੇ? ਜਿਹੜੇ ਕਾਊਂਟੇਬਲ ਨਹੀਂ ਹੁੰਦੇ, ਜਿਹੜੇ ਪੈਟਰਨ ਫੋਲੋ ਨਹੀਂ ਕਰਦੇ, ਜਿਹੜੇ ਕੀ ਹੁੰਦੇ ਨੇ ਨॉन ਅਨਕਾਊਂਟੇਬਲ, ਮਤਲਬ ਨॉन ਇਨਨੰਬਰੇਬਲ। ਠੀਕ ਹੈ, ਕਲੀਅਰ ਹੈ? ਚਲੋ, ਤਾਂ ਇਹ ਬਹੁਤ ਸਿੰਪਲ ਜੀ ਗੱਲ ਸੀ, ਬਹੁਤ ਹੀ ਜ਼ਿਆਦਾ ਸਿੰਪਲ ਜੀ ਗੱਲ ਸੀ। ਕੁਝ ਵੀ ਇਹਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਡਿਫਿਕਲਟ ਹੋਗਾ। ਸੋ व्हाट इज द टाइम नाउ? ਓਕੇ, ਅੱਧਾ ਘੰਟਾ ਹੋ ਚੁੱਕਿਆ। ਸੋ ਆਪਾਂ ਕੁਝ ਨਹੀਂ, ਬਸ ਹੁਣ ਸੈੱਟ ਚੱਕਦੇ ਆ। ਸੈੱਟ ਦੇ ਅਕੋਰਡਿੰਗ ਆਪਾਂ ਦੇਖਦੇ ਹਾਂ ਵੀ ਉਹ ਕਾਊਂਟੇਬਲ ਹੈ, ਅਨਕਾਊਂਟੇਬਲ ਹੈ, ਏ ਹੈ, ਬੀ ਹੈ, ਸੀ ਹੈ। ਠੀਕ ਹੈ, ਤਾਂ ਸਭ ਤੋਂ ਪਹਿਲਾਂ ਆਪਾਂ ਲੈ ਲੈਂਦੇ ਹਾਂ ਐਮਪਟੀ ਸੈੱਟ। ਦਿਸ ਇਜ਼ ਮਾਈ ਐਮਪਟੀ ਸੈੱਟ। ਐਮਪਟੀ ਸੈੱਟ ਕਿਹੜਾ ਸੈੱਟ ਹੁੰਦਾ? ਅ ਸੈੱਟ ਜਿਹੜਾ ਕਿ ਖਾਲੀ ਹੈ, ਫਾਈ ਹੈ, ਉਹ ਕਿਹੜਾ ਸੈੱਟ ਹੋਊਗਾ? ਐਮਪਟੀ ਸੈੱਟ ਹੋਊਗਾ। ਠੀਕ ਹੈ, ਤਾਂ ਹੋਗੀ ਗੱਲ ਐਮਪਟੀ ਸੈੱਟ ਦੀ। ਹੁਣ ਐਮਪਟੀ ਸੈੱਟ ਨੂੰ ਦੇਖ ਲੈਂਦੇ ਹਾਂ। ਆਪਾਂ 4-5 ਚੀਜ਼ਾਂ ਡਿਸਕਸ ਕਰਦੇ ਹਾਂ। ਸਭ ਤੋਂ ਪਹਿਲੀ ਗੱਲ ਤਾਂ ਦੱਸੋ ਜੀ, ਕੀ ਇਹ ਸੈੱਟ ਕਾਊਂਟੇਬਲ ਹੈ? ਮੈਮ ਖਾਲੀ ਹੈ, ਜਦੋਂ ਕੁਝ ਹੈ ਹੀ ਨਹੀਂ, ਕਾਊਂਟ ਕੀ ਕਰਨਾ? ਜ਼ੀਰੋ ਹੈ, ਸਿੰਪਲ। ਤਾਂ ਬਿਲਕੁਲ ਇਹ ਜਿਹੜਾ ਸੈੱਟ ਹੈ ਉਹ ਕੀ ਹੈ? ਕਾਊਂਟੇਬਲ ਹੈ। ਐਮਪਟੀ ਸੈੱਟ ਕਿਹੜਾ ਸੈੱਟ ਹੋਊਗਾ? ਕਾਊਂਟੇਬਲ ਸੈੱਟ ਹੋਊਗਾ। ਦੂਸਰੀ ਗੱਲ, ਜਿਹੜਾ ਸੈੱਟ ਖਾਲੀ ਹੈ, ਜੇਕਰ ਮੈਂ ਤੁਹਾਨੂੰ ਉਸ ਦੇ ਵਿੱਚ ਪੁੱਛਣ ਲੱਗ ਜਾ ਕਿ ਗ੍ਰੇਟੈਸਟ ਲੋਅਰ ਬਾਉਂਡ ਕਿਹੜੀ ਹੈ, ਤਾਂ ਤੁਹਾਡਾ ਆਨਸਰ ਕੀ ਆਊਗਾ? ਚਲੋ, ਇਹ ਨੰਬਰ ਲਾਈਨ ਬਣਾ ਲਈ, ਨੰਬਰ ਲਾਈਨ ਬਣਾ ਲਈ। ਠੀਕ ਹੈ, ਹੁਣ ਇਸ ਦੇ ਵਿੱਚ ਗ੍ਰੇਟੈਸਟ ਲੋਅਰ ਬਾਉਂਡ ਕਿਹੜੀ ਹੈ? ਇੱਕ ਮਿੰਟ, ਅਸੀਂ ਸੋਚ ਕੇ ਦੇਖਦੇ ਹਾਂ ਵੀ ਗ੍ਰੇਟੈਸਟ ਲੋਅਰ ਬਾਉਂਡ ਕਿਹੜੀ ਹੁੰਦੀ ਹੈ। ਮੈਮ ਨੇ ਦੱਸਿਆ ਸੀ ਵੀ ਸਾਰੀਆਂ ਲੋਅਰ ਬਾਉਂਡਸ ਦੇ ਵਿੱਚੋਂ ਜਿਹੜੀ ਸਭ ਤੋਂ ਵੱਡੀ ਹੋਊਗੀ ਉਹ ਗ੍ਰੇਟੈਸਟ ਲੋਅਰ ਬਾਉਂਡ ਹੋਊਗੀ। ਹੁਣ ਲੋਅਰ ਬਾਉਂਡਸ ਇਹਦੇ ਵਿੱਚ ਤਾਂ ਕੀ ਹੋਣਗੀਆਂ ਜਦੋਂ ਕੋਈ ਐਲੀਮੈਂਟ ਹੀ ਨਹੀਂ ਹੈਗਾ। ਹੁਣ ਜਦੋਂ ਲੋਅਰ ਬਾਉਂਡਸ ਦੀ ਗੱਲ ਹੋ ਰਹੀ ਹੈ ਤਾਂ ਲੋਅਰ ਬਾਉਂਡਸ ਮੇਰੇ ਕੋਲ ਕਿਵੇਂ ਆਣਗੀਆਂ? ਐਵੇਂ ਆਣਗੀਆਂ। ਇਹ ਮੇਰੇ ਕੋਲ ਲੋਅਰ ਬਾਉਂਡਸ ਨੇ, ਇਧਰੋਂ ਮਾਈਨਸ ਵੱਲੋਂ, ਹਨਾ, ਇਹ ਸਾਰੀਆਂ ਲੋਅਰ ਬਾਉਂਡਸ ਨੇ, ਜਿੰਨੀਆਂ ਮਰਜ਼ੀ ਲੈ ਜਾਓ। ਹੁਣ ਇਹਨਾਂ ਸਾਰੀਆਂ ਲੋਅਰ ਬਾਉਂਡਸ ਦੇ ਵਿੱਚੋਂ ਸਭ ਤੋਂ ਵੱਡੀ ਕਿਹੜੀ ਹੋਊਗੀ? ਪਲੱਸ ਇਨਫਿਨਿਟੀ। ਸਭ ਤੋਂ ਵੱਡਾ ਨੰਬਰ, ਕਿਉਂਕਿ ਜਦੋਂ ਇੱਥੇ ਮੈਂ ਨੰਬਰ ਹੀ ਸਾਰੇ ਲੈ ਰਹੀ ਹਾਂ, ਸਾਰੇ ਰੀਅਲ ਨੰਬਰ ਲੈ ਰਹੀ ਹਾਂ, ਕਿਉਂਕਿ ਮੇਰੇ ਸੈੱਟ 'ਚ ਕੋਈ ਐਲੀਮੈਂਟ ਹੀ ਨਹੀਂ ਹੈਗਾ, ਸੋ ਉੱਥੇ ਕੋਈ ਪਾਰਟਿਕੂਲਰ ਰਿਸਟ੍ਰਿਕਸ਼ਨ ਨਹੀਂ ਲੱਗ ਜਾਂਦੀ ਕਿ ਇਸ ਤੋਂ ਵੱਡਾ ਦੇਖਣਾ ਜਾਂ ਇਸ ਤੋਂ ਛੋਟਾ ਦੇਖਣਾ। ਸਾਰੀਆਂ ਹੀ ਬਾਉਂਡਸ ਇੱਥੇ ਕੀ ਹੋ ਗਈਆਂ? ਲੋਅਰ ਬਾਉਂਡਸ ਹੋ ਗਈਆਂ। ਔਰ ਜਿਹੜੀਆਂ ਇਹ ਸਾਰੀਆਂ ਲੋਅਰ ਬਾਉਂਡਸ ਨੇ ਉਹ 'ਚ ਸਭ ਤੋਂ ਵੱਡਾ ਨੰਬਰ ਕਿਹੜਾ ਹੈ? ਪਲੱਸ ਇਨਫਿਨਿਟੀ। ਸਿਮਿਲਰਲੀ ਜੇਕਰ ਮੈਂ ਲੀਸਟ ਅਪਰ ਬਾਉਂਡ ਦੀ ਗੱਲ ਕਰਾਂ ਤਾਂ ਸਾਰੀਆਂ ਹੀ ਬਾਉਂਡਸ ਅਪਰ ਬਾਉਂਡਸ ਨੇ, ਔਰ ਇਹਨਾਂ ਸਾਰੀਆਂ ਅਪਰ ਬਾਉਂਡਸ ਦੇ ਵਿੱਚੋਂ ਸਭ ਤੋਂ ਛੋਟਾ ਨੰਬਰ ਕਿਹੜਾ ਹੈ? ਸਭ ਤੋਂ ਛੋਟਾ ਮਾਈਨਸ ਇਨਫਿਨਿਟੀ। ਇਹ ਹੋ ਸਕਦਾ ਥੋੜਾ ਬਹੁਤ ਕਨਫਿਊਜ਼ਿੰਗ ਪਹਿਲੀ ਵਾਰ ਸੁਣਨ ਚ ਲੱਗੇ, ਬਟ ਇਹਨੂੰ ਸਮਝਣ ਦੀ ਕੋਸ਼ਿਸ਼ ਕਰੋ ਕਿ ਜਦੋਂ ਮੇਰੇ ਕੋਲ ਕੋਈ ਐਲੀਮੈਂਟ ਹੀ ਨਹੀਂ ਹੈਗਾ, ਖਤਮ ਹੀ ਹੈ ਸਾਰਾ ਕੁਝ, ਜਿਹਦੇ ਵਿੱਚ ਮੈਂ ਕੰਪੈਰੀਜ਼ਨ ਕਰਨਾ ਹੀ ਨਹੀਂ ਵੀ ਇਹ ਤੋਂ ਵੱਡਾ ਜਾਂ ਇਹ ਤੋਂ ਛੋਟਾ, ਸਾਰੇ ਰੀਅਲ ਨੰਬਰ ਨੇ, ਤਾਂ ਉਹ ਸਭ ਤੋਂ ग्रेटेस्ट केड़ा होगा? प्लस इनफिनिटी, और जेड़ा सब तो छोटा होगा माइनस इनफिनिटी। समझ आया?
ਹੁਣ ਕਿਉਂਕਿ ਇਹਦੇ ਵਿੱਚ ਜਿਹੜਾ ਗ੍ਰੇਟੈਸਟ ਲੋਅਰ ਬਾਉਂਡ ਹੈ ਉਹ ਕਿਤੇ ਨਾ ਕਿਤੇ ਐਗਜ਼ਿਸਟ ਨਹੀਂ ਕਰਦਾ ਮੇਰੇ ਸੈੱਟ ਦੇ ਵਿੱਚ, ਤਾਂ ਇਹਦੇ ਵਿੱਚ ਜਿਹੜਾ ਮੈਕਸਿਮਲ ਮਿਨੀਮਲ ਐਲੀਮੈਂਟ ਹੈ ਜਾਂ ਮੈਕਸਿਮਲ ਐਲੀਮੈਂਟ ਹੈ, ਮਿਨੀਮਲ ਜਾਂ ਮੈਕਸਿਮਮ ਦੋਨੋਂ ਹੀ ਮੇਰੇ ਕੋਲ ਕੀ ਹੋਣਗੇ, ਡਸ ਨਾਟ ਐਗਜ਼ਿਸਟ ਹੋਣਗੇ। ਕਿਉਂਕਿ ਐਗਜ਼ਿਸਟ ਕਿਉਂ ਨਹੀਂ ਕਰ ਰਹੇ, ਕਿਉਂਕਿ ਸੈੱਟ ਦੇ ਵਿੱਚ ਬਿਲੋਂਗ ਹੀ ਨਹੀਂ ਕਰਦੀ ਪਈ ਅਪਰ ਬਾਉਂਡ ਜਾਂ ਲੋਅਰ ਬਾਉਂਡ। ਸਮਝ ਆਇਆ ਐਮਪਟੀ ਸੈੱਟ ਦੇ ਵਿੱਚ? ਐਮਪਟੀ ਸੈੱਟ ਦੇ ਵਿੱਚ ਚਾਰੋਂ ਚੀਜ਼ਾਂ ਸਮਝ ਆ ਗਈਆਂ, ਕਿਤੇ ਕੋਈ ਡਾਊਟ ਹੋਇਆ ਪੁੱਛ ਲਈ, ਠੀਕ ਹੈ ਜੀ। ਸੈਕੰਡ ਚੀਜ਼ ਨੂੰ ਆਪਾਂ ਡਿਸਕਸ ਕਰਦੇ ਹਾਂ। ਸੈਕੰਡ ਚੀਜ਼ ਮੇਰੇ ਕੋਲ ਕਿਹੜੀ ਹੈ? ਸੈਕੰਡ ਹੈਗਾ ਮੇਰੇ ਕੋਲ ਕੋਈ ਵੀ ਰੈਂਡਮ ਜਾਂ ਸੈੱਟ, ਕੋਈ ਵੀ ਸੈੱਟ ਮਤਲਬ ਮੈਂ ਕੋਈ ਵੀ ਫਿਨਾਈਟ ਸੈੱਟ ਦੀ ਗੱਲ ਕਰ ਰਹੀ ਹਾਂ, ਕੋਈ ਵੀ ਸੈੱਟ ਜਿਹੜਾ ਕਿ ਫਿਨਾਈਟ ਹੈ। ਹੁਣ ਫਿਨਾਈਟ ਸੈੱਟ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ, ਹੁਣ ਮੈਂ ਤੁਹਾਨੂੰ ਆਲਰੇਡੀ ਪਤਾ ਹੈ ਕਿ ਇਹ ਕਾਊਂਟੇਬਲ ਹੋਊਗਾ ਕਿ ਅਨਕਾਊਂਟੇਬਲ ਹੋਊਗਾ। ਤੁਸੀਂ ਕਹੋਗੇ ਮੈਮ ਇਹ ਤਾਂ ਕਾਊਂਟੇਬਲ ਹੈ, ਹੁਣੀ ਸਮਝਾ ਕੇ ਹਟੇ ਸੀ ਕਿ ਹਰ ਇੱਕ ਫਿਨਾਈਟ ਸੈੱਟ ਕੀ ਹੁੰਦਾ ਹੈ, ਕਾਊਂਟੇਬਲ ਹੁੰਦਾ ਹੈ। ਸੋ देयर इज नो डाउट। ਹੁਣ ਮੈਂ ਫਿਨਾਈਟ ਸੈੱਟ ਦੇ ਵਿੱਚ ਕੋਈ ਵੀ ਚਲੋ ਲੈ ਲਿਆ 1 2 3 5 ਤੱਕ ਲੈ ਲਓ, ਕੋਈ ਵੀ ਫਿਨਾਈਟ ਸੈੱਟ ਦੇ ਵਿੱਚ 5 ਤੱਕ ਐਲੀਮੈਂਟਸ ਮੈंने ਲੈ ਲਏ। ਹੁਣ ਜੇਕਰ ਮੈਂ ਇਸ ਦੇ ਵਿੱਚ ਗ੍ਰੇਟੈਸਟ ਲੋਅਰ ਬਾਉਂਡ ਦੀ ਗੱਲ ਕਰਾਂ ਤਾਂ ਤੁਸੀਂ ਕੀ ਕਹੋਗੇ ਕਿ ਮੇਰਾ ਗ੍ਰੇਟੈਸਟ ਲੋਅਰ ਬਾਉਂਡ ਕਿਹੜਾ ਹੈ? ਸਾਰੀਆਂ ਲੋਅਰ ਬਾਉਂਡਸ ਦੇ ਵਿੱਚੋਂ ਸਭ ਤੋਂ ਵੱਡਾ, ਸਾਰੀਆਂ ਲੋਅਰ ਬਾਉਂਡਸ ਦੇ ਵਿੱਚੋਂ ਸਭ ਤੋਂ ਵੱਡਾ ਮਤਲਬ 1। ਔਰ ਜੇਕਰ ਮੈਂ ਲੀਸਟ ਅਪਰ ਬਾਉਂਡ ਦੀ ਗੱਲ ਕਰਾਂ ਤਾਂ ਸਾਰੀਆਂ ਅਪਰ ਬਾਉਂਡਸ ਦੇ ਵਿੱਚੋਂ ਸਭ ਤੋਂ ਛੋਟਾ, ਸਾਰੀਆਂ ਅਪਰ ਬਾਉਂਡਸ ਦੇ ਵਿੱਚੋਂ ਸਭ ਤੋਂ ਛੋਟਾ ਮਤਲਬ 5। ਕਲੀਅਰ ਹੋਇਆ? ਹੁਣ ਇਹਦੇ ਵਿੱਚ ਆ ਜਾਓ ਮਿਨੀਮਲ ਤੇ ਮੈਕਸਿਮਲ ਐਲੀਮੈਂਟ ਤੇ। ਹੁਣ ਤੁਸੀਂ ਆਪ ਸੋਚ ਕੇ ਦੇਖੋ ਮਿਨੀਮਲ ਐਲੀਮੈਂਟ ਕਿਹੜਾ ਹੋਊਗਾ? ਮਿਨੀਮਲ ਜਿਹੜਾ ਕਿ ਸਭ ਤੋਂ ਛੋਟਾ ਐਲੀਮੈਂਟ ਹੈ, ਇਸ ਸੈੱਟ ਦਾ ਸਭ ਤੋਂ ਛੋਟਾ ਐਲੀਮੈਂਟ ਮਿਨੀਮਲ ਐਲੀਮੈਂਟ ਹੋਊਗਾ ਮਤਲਬ 1। ਔਰ ਮੈਕਸਿਮਲ ਐਲੀਮੈਂਟ ਕਿਹੜਾ ਹੋਊਗਾ? ਜਿਹੜਾ ਕਿ ਇਸ ਸੈੱਟ ਦਾ ਸਭ ਤੋਂ ਵੱਡਾ ਐਲੀਮੈਂਟ ਹੈ, that is maximal element, that is 5। ਦੇਖਣ ਚ ਕਨਫਿਊਜ਼ਿੰਗ ਹੈ ਬਟ ਹੈ ਨਹੀਂ, ਬਹੁਤ ਸੌਖਾ ਕੰਮ ਹੈ, ਠੀਕ ਹੈ ਜੀ। ਕਲੀਅਰ ਹੈ? ਤਾਂ ਪਹਿਲਾਂ ਤਾਂ ਇਹਨਾਂ ਦੋ ਚੀਜ਼ਾਂ ਨੂੰ ਅੱਛੇ ਤਰੀਕੇ ਨਾਲ ਸਮਝੋ, ਦੇਖੋ ਕਿ ਕੁਝ ਹੈਗਾ, ਔਰ ਇਹਨਾਂ ਨੂੰ ਦੇਖਣ ਤੋਂ ਬਾਅਦ ਜੇਕਰ ਤੁਹਾਨੂੰ ਲੱਗਦਾ ਹੈ ਕਿ ਹਾਂਜੀ ਹਲੇ ਵੀ ਸਾਨੂੰ ਡਾਊਟ ਹੈਗਾ ਤਾਂ ਫਿਰ ਪੁੱਛੋ, ਠੀਕ ਹੈ। ਹੋਰ ਵੀ ਬਹੁਤ ਸਾਰੇ ਨੰਬਰਸ ਨੇ, ਨੈਚੁਰਲ ਨੰਬਰ, ਇਵਨ ਨੰਬਰ, ਅਗਰ ਆਪਾਂ ਗੱਲ ਕਰੀਏ ਇੰਟੀਜ਼ਰ, ਕਲੋਜ਼ ਇੰਟਰਵਲ, ਤਾਂ ਸਾਰੀਆਂ ਚੀਜ਼ਾਂ ਆਪਾਂ ਕਰਾਂਗੇ ਨੈਕਸਟ ਵੀਡੀਓ ਦੇ ਵਿੱਚ, ਠੀਕ ਹੈ। If you have any doubt, you can ask in the comment section. And if you like the video, please maximum share कर दें, ठीक है। Thanks for watching.